हर रोज़ लगभग 2 या 3 वार जिहड़ी इसे तरीके का जिहड़ा केक है इत्थे कट्टिया जाता है। ਤਕਰੀਬਨ ਸਾਡਾ ਰੋਜ਼ ਦਾ 1 ਜਾਂ 2 ਕੇਕ ਰੋਜ਼ ਦੇ ਕੱਟ ਕਰਦੇ ਆ ਅਸੀਂ, ਠੀਕ ਹੈ ਨਾ ਜੀ। ਤੇ ਅੱਜ ਵੀ ਇਹੀ ਖੁਸ਼ੀ ਹੈ ਕਿ ਸਾਡੇ ਮੈਡਮ ਨੇ ਜਾਖਲ ਤੋਂ ਰਜਨੀ ਜੀ ਤੇ ਇੱਕ ਅਨਮੋਲ ਨੇ ਸਾਡੇ ਹਰਿਆਣਾ ਤੋਂ, ਤੇ ਇਹਨਾਂ ਦਾ ਕੈਨੇਡਾ ਦਾ ਵੀਜ਼ਾ ਅੱਜ ਅਸੀਂ ਰਿਸੀਵ ਕੀਤਾ ਤੇ ਆਪਾਂ ਇਹਨਾਂ ਨੂੰ ਅੱਜ ਹੈਂਡਓਵਰ ਕਰਨ ਲੱਗੇ ਆ। ठीक ला लो जी। ਇੰਨਾ ਹੀ ਸੀਗਾ ਸਰ ਇਹਨਾਂ ਦਾ 12 ਸਾਲ ਦਾ ਗੈਪ ਸੀਗਾ। ਐਂਡ ਮੋਰ ਓਵਰ ਉੱਤਰਾਖੰਡ ਤੋਂ ਜਦੋਂ ਇਹਨਾਂ ਨੇ ਮੈਨੂੰ ਕੰਟੈਕਟ ਕੀਤਾ ਕਾਲ ਤੇ, ਤਾਂ ਇਹਨਾਂ ਦਾ ਫਰਸਟ ਚੀਜ਼ ਇਹ ਸੀ ਕਿ ਮੈਮ ਕਿਸੇ ਏਜੰਟ ਨੇ ਮੈਨੂੰ ਯੈਸ ਨਹੀਂ ਕੀਤੀ ਹੁਣ ਤੱਕ ਮੇਰੀ ਫਾਈਲ ਤੇ, ਤੁਸੀਂ ਫਰਸਟ ਹੋ ਜਿਹੜੇ ਕਹਿ ਰਹੇ ਹੋ ਕਿ ਸਟੱਡੀ ਵੀਜ਼ਾ ਗ੍ਰਾਂਟ ਹੋ ਸਕਦਾ ਹੈ। ਇਹਨਾਂ ਦਾ ਬਹੁਤ ਵਧੀਆ ਹੈ। ਇਹਨਾਂ ਦਾ ਅੱਜ ਤੱਕ ਮੈਂ ਕੋਈ ਐਦਾਂ ਨਹੀਂ ਸੁਣਿਆ ਕੋਈ ਰਿਫਿਊਜ਼ਲ ਹੈ ਜਾਂ कोई रिफ्यूज़ल नहीं। ਨਹੀਂ, ਮੈਂ ਨਹੀਂ ਸੁਣਿਆ ਇਹਨਾਂ ਦਾ ਕੋਈ ਰਿਫਿਊਜ਼ਲ ਹੈ ਅੱਜ ਤੱਕ। ਤਸਵੀਰਾਂ ਇੱਥੇ ਲਟਕਾਈਆਂ ਗਈਆਂ ਨੇ, ਆਪਣੇ ਆਪ ਦੇ ਵਿੱਚ ਹਰ ਤਸਵੀਰ ਹੈ ਜਿਹੜੀ ਉਹ ਇੱਕ ਅਲੱਗ ਕਹਾਣੀ, ਇੱਕ ਅਲੱਗ ਜਿਹੜਾ ਨਜ਼ਰੀਆ ਇੱਥੇ ਰੱਖਦੀ ਹੈ। ਅਮਨ ਜੀ, ਇਹ ਤਸਵੀਰ ਹੈਗੀ ਹੈ ਮੁੰਡੇ ਦੀ, ਖਾਸ ਕਰਕੇ ਤੁਸੀਂ ਫਰੇਮ ਕਰਕੇ ਲਾਈ ਹੈ। ਇਸ ਤਸਵੀਰ ਦੇ ਪਿੱਛੇ ਦਾ ਕੀ ਕਾਰਨ ਹੈ? ਦੇਖੋ, केक खा खा के ना ऐसे भी अक गए। ਰੋਜ਼ ਕੇਕ ਖਾਂਦੇ तीन टाइम एक कोई फ्लेवर खा खा के ना ਹੁਣ ਇਹ केक ਕਿਹਦੀ ਪਸੰਦ ਦਾ ਫਲੇਵਰ ਹੈ ਜੀ? ਇਹ ਸਾਰਾ ਸਾਡਾ ਸਟਾਫ ਹੈ ਜੀ। ਹਾਂ, ਜਿਹੜਾ ਸੇਮ ਫਲੇਵਰ ਅਸੀਂ ਕਰਦੇ ਹਾਂ ਡਿਮਾਂਡ। ਹੁਣ ਵੀਜ਼ਾ ਤਾਂ ਚਲੋ ਰੋਜ਼ ਆਈ ਜਾਂਦਾ, ਵੀ ਥੋੜਾ ਜਿਹਾ ਫਲੇਵਰ ਬਦਲਦੀ ਹੈ। ਲੱਗਦਾ ਸੀ ਕੈਨੇਡਾ ਦਾ ਵੀਜ਼ਾ ਲੱਗ ਜੂ? ਨਹੀਂ ਸੱਚੋ ਸੱਚ? ਨਹੀਂ, ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਸੀ। ਅਮਨ ਜੀ ਨੇ ਕਾਫੀ ਅੱਛਾ ਸਾਥ ਦਿੱਤਾ। ਤਾਂ ਮੇਰਾ ਇਹੀ ਹੈ ਕਿ ਜੋ ਵੀ ਬੱਚੇ ਵੀਜ਼ਾ ਲਗਵਾਉਣਾ ਚਾਹੁੰਦਾ ਹੈ, ਆਪਣਾ ਬਾਹਰ ਜਾਣਾ ਚਾਹੁੰਦਾ, ਤਾਂ ਰਾਈਜ਼ ਇਮੀਗ੍ਰੇਸ਼ਨ ਤੋਂ ਹੀ ਲਗਵਾਉਣਾ। ਇਹ ਸਟਰੀਮ ਉਹਨਾਂ ਦੀ ਕੋਈ ਹੋਰ ਹੁੰਦੀ ਹੈ ਜਿਵੇਂ ਕਿ ਤੁਸੀਂ ਦੱਸਿਆ, ਤੇ ਦਾਖਲਾ ਉਹਨਾਂ ਨੂੰ ਕੋਈ ਹੋਰ ਦਵਾ ਦਿੰਦੇ ਨੇ ਤੇ ਫਿਰ ਜੌਬ ਵਾਸਤੇ ਉੱਥੇ ਕੈਨੇਡਾ ਦੇ ਵਿੱਚ ਭਟਕਦੇ ਰਹਿੰਦੇ ਨੇ। ਗਾਈਡੈਂਸ ਕਿਵੇਂ ਲੱਗੀ ਤੁਹਾਨੂੰ ਇੱਥੇ ਦੀ? ਪਰਪਸ ਸਾਡਾ ਹੀ ਰਹਿੰਦਾ ਕਿ ਜਿਹੜਾ ਬੱਚਾ ਸਾਡੇ ਕੋਲੇ ਆਵੇ ਤੇ ਉਹਦਾ ਵੀਜ਼ਾ ਲੱਗੇ ਔਰ ਕੈਨੇਡਾ ਜਾ ਕੇ ਸੈੱਟ ਹੋਵੇ। ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਿਹੜਾ ਵੀ ਆਪਣਾ ਸਟੈਪ ਰਹਿੰਦਾ ਹੈ ਸਾਰਾ ਪ੍ਰੋਸੈਸਿੰਗ ਦਾ, ਸਾਰੇ ਜਿੰਨੀ ਵੀ ਪੇਮੈਂਟ ਹੁੰਦੀ ਹੈ ਉਹ ਡਾਇਰੈਕਟ ਬੱਚਿਆਂ ਨੇ ਪੇ ਕਰਨੀ ਹੁੰਦੀ ਹੈ ਵਾਇਆ ਚੈੱਕ। ਸਾਰੀ ਮਤਲਬ ਪੇਮੈਂਟ ਤੁਸੀਂ ਕੋਈ ਪੈਸਾ ਜਿਹੜਾ ਬੱਚਿਆਂ ਕੋਲੋਂ ਆਪਣੇ ਕੋਲ ਨਹੀਂ ਲੈਂਦੇ? ਨਹੀਂ ਸਰ, ਆਪਾਂ ਡਾਇਰੈਕਟ ਸਾਰਾ ਕਾਲਜ ਯੂਨੀਵਰਸਿਟੀਜ਼ ਨੂੰ ਹੀ ਪੇ ਕਰਵਾਉਂਦੇ ਆ। ਪੀਟੀ ਵਾਸਤੇ ਤਾਂ ਇਹ ਜਿਹੜਾ ਮੰਨਿਆ ਜਾਂਦਾ ਹੈ ਕਿ 100 ਦੇ ਵਿੱਚੋਂ 100 ਫਾਈਲਾਂ ਲਗਾਉਣੇ ਆ ਤਾਂ 10-20 ਪ੍ਰੋਸੈਸ ਹੁੰਦੀਆਂ ਨੇ, ਇਸ ਤਰ੍ਹਾਂ ਦਾ ਕੁਝ ਹੈ? ਨਹੀਂ ਸਰ, ਐਵੇਂ ਦਾ ਕੁਝ ਨਹੀਂ ਹੈਗਾ। ਅਗਰ ਪੀਟੀ ਦੇ ਸਕੋਰ ਤੁਹਾਡੇ ਐਲੀਜੀਬਲ ਨੇ, ਹਨਾ 55 ਤੋਂ ਲੈ ਕੇ 60 ਤੱਕ ਤੁਹਾਡੇ ਸਕੋਰ ਹੈਗੇ ਨੇ, ਤਾਂ ਤੁਹਾਡਾ ਵੀਜ਼ਾ ਪੀਟੀ 'ਚ ਵੀ ਲੱਗੂ। ਕਿਉਂਕਿ ਕਾਫੀ ਐਸੇ ਕਾਲਜਸ ਨੇ ਜਿਹੜੇ 5.5 ਐਕਸੈਪਟ ਕਰਦੇ ਨੇ, ਠੀਕ ਹੈ, ਉਹਨਾਂ ਦੇ ਵੀਜ਼ਾਸ ਬਹੁਤ ਈਜ਼ੀਲੀ ਨਿਕਲਦੇ ਨੇ। ਸਾਡੇ ਸੋਸ਼ਲ ਮੀਡੀਆ ਤੇ ਅਸੀਂ ਕਾਫੀ ਅਪਡੇਟ ਕੀਤਾ ਹੈ। 5.5 ਨਾਲ ਸਾਡੇ ਆਫਟਰ ਗ੍ਰੈਜੂਏਸ਼ਨ ਵੀ 5.5 ਨਾਲ ਵੀਜ਼ਾ ਗ੍ਰਾਂਟ ਹੋਇਆ ਰੰਜਨ ਦਾ ਕੈਨੇਡਾ ਦਾ। ਇਸੀ ਇਨਟੇਕ 'ਚ ਬੱਚਾ ਗਿਆ ਹੈਗਾ। ਅਮਨ ਜੀ, ਇੱਕ ਹੋਰ ਫੋਟੋ ਹੈ, ਪੂਰੀ ਫੈਮਿਲੀ ਲੱਗਦੀ ਹੈ। ਪੂਰੀ ਫੈਮਿਲੀ ਭੇਜੀ ਹੈ ਜੀ ਤੁਸੀਂ? ਇਹ ਸਾਰਾ ਪਿੱਛੇ ਮੈਨੂੰ ਲੱਗਦਾ ਬਜ਼ੁਰਗ ਬੈਠੇ ਨੇ, ਇਹਨਾਂ ਦੀ ਕੀ ਕਹਾਣੀ ਹੈਗੀ? ਲਓ ਜੀ, ਇੱਕ ਹੋਰ ਡੱਬਾ ਚੱਕੀ ਆ ਰਹੇ ਨੇ। ਕੈਨੇਡਾ ਦਾ ਵੀਜ਼ਾ ਅਸੀਂ ਗੁੜੀਆ ਗੁਰਮਨਪ੍ਰੀਤ ਕੌਰ ਪਟਿਆਲਾ ਤੋਂ, ਹਨਾ, ਇਹਨਾਂ ਦਾ ਵੀ ਕੈਨੇਡਾ ਦਾ ਵੀਜ਼ਾ ਲੱਗ ਕੇ ਆਇਆ ਹਨਾ। ਤੇ ਮੈਂ ਆਪਣਾ ਵੀਜ਼ਾ ਰਿਸੀਵ ਕੀਤਾ 2.5 ਮੰਥਸ ਵਿੱਚ, ਤੇ ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੇਰਾ ਇੱਕ ਮਤਲਬ ਆਪਾਂ ਕਹੀਏ ਕਿ ਸੁਪਨਾ ਹੀ ਸੱਚ ਹੋਇਆ ਹੈ ਕਿ ਅਬਰੋਡ ਜਾ ਕੇ ਸਟੱਡੀ ਕਰਨ ਦਾ। ਕਿਉਂ ਕੇਕ ਕੱਟਿਆ ਗਿਆ, ਕਿਸ ਤਰੀਕੇ ਨਾਲ, ਇਹਦਾ ਕੀ ਪਰਪਸ ਹੈਗਾ? ਸਾਡੇ ਨਾਲ ਇੱਥੇ ਅੱਜ ਅਸੀਂ ਪਹੁੰਚੇ ਹਾਂ ਰਾਈਜ਼ ਇਮੀਗ੍ਰੇਸ਼ਨ ਪਟਿਆਲਾ ਦੇ ਵਿੱਚ, ਕਿਉਂਕਿ ਬਹੁਤ ਸਾਰੇ ਮੁੰਡੇ ਕੁੜੀਆਂ ਦੇ ਸਵਾਲ ਨੇ ਜੋ ਬਾਹਰ ਜਾਣਾ ਚਾਹੁੰਦੇ ਨੇ। ਅਸੀਂ ਘੱਟੋ ਘੱਟ ਉਹਨਾਂ ਨੂੰ ਸਹੀ ਤੇ ਸਪਸ਼ਟ ਰਾਹ ਹੈ ਜਿਹੜਾ ਉਹ ਦਿਖਾਉਣ ਦੀ ਕੋਸ਼ਿਸ਼ ਇਸ ਵੀਡੀਓ ਦੇ ਵਿੱਚ ਕਰਾਂਗੇ। ਹੁਣੇ ਜਿਹੜਾ ਤਾਜ਼ਾ ਜਿਹੜਾ ਵੀਜ਼ਾ ਹੈ ਉਹ ਇਹਨਾਂ ਦੋਵਾਂ ਬੱਚਿਆਂ ਦਾ ਲੱਗਿਆ, ਔਰ ਉਸ ਤੋਂ ਬਾਅਦ ਕੇਕ ਦੀ ਰਸਮ ਹੈ ਜਿਹੜੀ ਉਹ ਕੀਤੀ ਗਈ ਹੈ ਇੱਥੇ ਰਾਈਜ਼ ਇਮੀਗ੍ਰੇਸ਼ਨ ਦੇ। ਅਮਨ ਜੀ ਸਾਡੇ ਨਾਲ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਅਮਨ ਜੀ, ਬਹੁਤ ਮੁਬਾਰਕਾਂ। ਪਹਿਲਾਂ ਇਹ ਦੱਸੋ ਵੀ ਕੀ ਇਹ ਹੈਗਾ ਸੀ ਸਾਰਾ ਕੇਕ? ਤੁਸੀਂ ਹਰੇਕ ਤਰ੍ਹਾਂ ਇਸੇ ਤਰੀਕੇ ਸੈਲੀਬ੍ਰੇਸ਼ਨ ਕਰਦੇ ਹੋ? ਇਹ ਤਕਰੀਬਨ ਸਾਡਾ ਰੋਜ਼ ਦਾ
1 ਜਾਂ 2 ਕੇਕ ਰੋਜ਼ ਦੇ ਕੱਟ ਕਰਦੇ ਆ ਅਸੀਂ, ਠੀਕ ਹੈ ਨਾ ਜੀ। ਤੇ ਅੱਜ ਵੀ ਇਹੀ ਖੁਸ਼ੀ ਹੈ ਕਿ ਇੱਕ ਸਾਡੇ ਮੈਡਮ ਨੇ ਜਾਖਲ ਤੋਂ ਰਜਨੀ ਜੀ ਤੇ ਇੱਕ ਅਨਮੋਲ ਨੇ ਸਾਡੇ ਹਰਿਆਣਾ ਤੋਂ, ਤੇ ਇਹਨਾਂ ਦਾ ਕੈਨੇਡਾ ਦਾ ਵੀਜ਼ਾ ਅੱਜ ਅਸੀਂ ਰਿਸੀਵ ਕੀਤਾ ਤੇ ਆਪਾਂ ਇਹਨਾਂ ਨੂੰ ਅੱਜ ਹੈਂਡਓਵਰ ਕਰਨ ਲੱਗੇ ਆ। ਤੇ ਉਹਦੇ ਉਸ ਖੁਸ਼ੀ 'ਚ ਹੀ ਅੱਜ ਅਸੀਂ ਇਹ ਕੇਕ ਕੱਟਿਆਗਾ। ਜੀ ਸੋ ਕਮਾਲ ਹੈ ਕਿ ਦੋ ਬੱਚਿਆਂ ਦਾ ਜਿਹੜਾ ਇੱਥੇ ਵੀਜ਼ਾ ਕੈਨੇਡਾ ਦਾ, ਲੱਗਦਾ ਸੀ ਕੈਨੇਡਾ ਦਾ ਵੀਜ਼ਾ ਲੱਗ ਜੂ? ਨਹੀਂ ਸੱਚੋ ਸੱਚ? ਨਹੀਂ, ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਸੀ। ਅੱਛਾ। ਹਾਂਜੀ। ਤੇ ਫਿਰ ਕਿਹੋ ਜਿਹਾ ਹੁਣ ਕਿਹੋ ਜਿਹਾ ਲੱਗਦਾ ਹੈ? ਪਾਸਪੋਰਟ ਮਿਲਿਆ? ਨਹੀਂ ਹਜੇ ਤਾਂ ਪਾਸਪੋਰਟ ਵੀ ਨਹੀਂ ਮਿਲਿਆ, ਪਹਿਲਾਂ ਦੇਖ ਲਈਏ ਜੀ ਆਪਾਂ ਇੱਕ ਵਾਰ ਕਿ ਲੱਗਿਆ ਵੀ ਹੈ। ਸੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ। ਪਾਸਪੋਰਟ ਹੈ ਜਿਹੜਾ ਹੈਂਡਓਵਰ ਹੈ ਰਜਨੀ ਨੂੰ ਕੀਤਾ ਜਾ ਰਿਹਾ। ਰਜਨੀ ਤੁਸੀਂ ਖੁਦ ਦੇਖੋ, ਤੇ ਜਿਹੜਾ ਵੀਜ਼ਾ ਹੈ ਕੈਨੇਡਾ ਦਾ ਲੱਗਿਆ ਹੈ, ਇੱਕ ਵਾਰ ਤੁਹਾਨੂੰ ਦਿਖਾਉਣਗੇ ਵੀ ਇਹ। ਅੱਛਾ ਇੱਕ ਗੱਲ ਦੱਸੋ, ਘਰ ਦੇ ਵਿੱਚ ਜਦੋਂ ਤੁਸੀਂ ਅਪਲਾਈ ਕੀਤਾ ਸੀ, ਜਦੋਂ ਤੁਸੀਂ ਜਾਣਾ ਸੀ, ਪ੍ਰੋਗਰਾਮ ਕਿਵੇਂ ਬਣਿਆ ਕੈਨੇਡਾ ਦਾ? ਐਕਚੁਅਲੀ ਮਤਲਬ ਮੈਂ ਪਹਿਲਾਂ ਤਾਂ ਲਾਅ ਦੀ ਸੋਚ ਰਹੀ ਸੀਗੀ, ਬਟ ਫਿਰ ਇੰਡੀਆ 'ਚ ਇੰਨੇ ਜ਼ਿਆਦਾ ਕੋਰਸਿਸ ਨਹੀਂ ਹੈਗੇ, ਤਾਂ ਫਿਰ ਮੈਂ ਬਾਹਰ ਜਾਣ ਦੀ ਸੋਚੀ। ਐਂਡ ਫਿਰ ਮੈਨੂੰ ਇੱਥੋਂ ਕੋਲ ਆਈ ਸਿਮਰਨ ਮੈਮ ਦੀ, ਤਾਂ ਫਿਰ ਇਹਨਾਂ ਨਾਲ ਰਾਬਤਾ, ਅਮਨ ਜੀ ਨਾਲ ਰਾਬਤਾ ਕਿਵੇਂ ਹੋਇਆ? ਐਕਚੁਅਲੀ ਮੈਂ ਸੰਗਰੂਰ ਐਗਜ਼ਾਮ ਦੇਣ ਗਈ ਸੀਗੀ, ਤਾਂ ਉਹਨਾਂ ਨੇ ਐਕਚੁਅਲੀ ਇਹਨਾਂ ਦੇ ਟੀਮ ਮੈਂਬਰਸ ਉੱਥੇ ਆਏ ਹੋਏ ਸੀਗੇ, ਤਾਂ ਕੰਟੈਕਟ ਲਿੱਤਾ ਸੀ। ਆਫਟਰ ਰਿਜ਼ਲਟ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਸੀ, ਤਾਂ ਮੈਂ ਇੱਥੇ ਆਈ ਸੀ। ਅੱਛਾ, ਇਹ ਤੁਹਾਡੇ ਮਮਾ ਨੇ ਤੁਹਾਡੇ? ਸਤਿ ਸ਼੍ਰੀ ਅਕਾਲ। ਕੀ ਨਾਂ ਜੀ ਤੁਹਾਡਾ? ਰੀਤੋ। ਅੱਛਾ ਰਿਤੂ ਜੀ, ਕੀ ਸੋਚ ਕੇ ਕੈਨੇਡਾ ਭੇਜ ਰਹੇ ਹੋ ਹੁਣ ਬੱਚੀ ਨੂੰ? ਸਰ ਬੱਚਿਆਂ ਦਾ ਫਿਊਚਰ ਲਈ ਉੱਥੇ ਭੇਜਿਆ ਜਾ ਰਿਹਾ, ਕਿਉਂਕਿ ਅੱਜ ਕੱਲ੍ਹ ਇੰਡੀਆ 'ਚ ਇੱਥੇ ਕੁਝ ਵੀ ਨਹੀਂ ਹੈ ਬੱਚਿਆਂ ਦੇ ਫਿਊਚਰ ਲਈ। ਮਤਲਬ ਜਿੱਦਾਂ ਦੇ ਹਾਲਾਤ ਇੱਥੇ ਪੈਦਾ ਹੋ ਰਹੇ ਹੈ, ਬੇਰੋਜ਼ਗਾਰੀ ਫੈਲ ਰਹੀ ਹੈ, ਸਭ ਕੁਝ, ਤਾਂ ਉਸ ਕਰਕੇ ਵੀ ਬੱਚੇ ਉੱਥੇ ਸੇਫ ਸਾਈਡ ਆਪਣੀ ਕਰ ਸਕਦੇ ਹੈ, ਤਾਂ ਇੱਥੇ ਕੋਈ ਫਿਊਚਰ ਨਹੀਂ ਹੈ ਬੱਚੇ ਦਾ। ਅੱਛਾ, ਤੇ ਸਰਵਿਸ ਕਿਵੇਂ ਲੱਗੀ ਇਹਨਾਂ ਦੀ? ਰਾਈਜ਼ ਇਮੀਗ੍ਰੇਸ਼ਨ ਵਾਲੇ ਦੀ ਗਾਈਡੈਂਸ ਕਿਵੇਂ ਲੱਗੀ? ਸਾਨੂੰ ਇਹ ਵੀ ਜ਼ਰੂਰ ਦੱਸੋ, ਕਿਉਂਕਿ ਬਹੁਤ ਸਾਰੇ ਮੁੰਡੇ ਕੁੜੀਆਂ ਨੇ ਜਿਹੜਾ ਗਲਤ ਗਾਈਡੈਂਸ ਕਰਕੇ ਆਪਣੇ ਲੱਖਾਂ ਦਾ ਨੁਕਸਾਨ ਤਾਂ ਕਰਵਾਉਂਦੇ ਨੇ, ਨਾਲ ਨਾਲ ਰਿਫਿਊਜ਼ਲ ਵੀ ਪਾਸਪੋਰਟ ਤੇ ਚੜਵਾ ਲੈਂਦੇ ਨੇ। ਹਾਂਜੀ, ਨਹੀਂ ਰਾਈਜ਼ ਇਮੀਗ੍ਰੇਸ਼ਨ ਦੀ ਮੈਨੂੰ ਇਹਨਾਂ ਦੀ ਅਮਨ ਜੀ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ, ਰਾਹੁਲ ਜੀ ਦਾ, ਕਿ ਮਤਲਬ ਜਿੰਨੀ ਵਾਰ ਵੀ ਅਸੀਂ ਕਾਲ ਕੀਤੀ ਹੈ ਇਹਨਾਂ ਨੂੰ, ਮਤਲਬ ਦਿਨ 'ਚ 10 ਵਾਰ ਵੀ ਕਾਲ ਕੀਤੀ ਹੈ, ਲੇਕਿਨ ਇਹਨਾਂ ਨੇ ਅਟੈਂਡ ਕੀਤੀ ਹੈ। ਮਤਲਬ ਕੋਈ ਐਵੇਂ ਦਾ ਉਹ ਨਹੀਂ ਹੋਇਆ ਕਿ ਮਤਲਬ ਇਹ ਤੰਗ ਹੋਏ ਹੋਣ। ਲਾਈਕ ਬਹੁਤ ਅੱਛਾ ਇਹਨਾਂ ਨੇ ਸਾਥ ਦਿੱਤਾ ਸਾਡਾ, ਔਰ ਬਹੁਤ ਜਲਦੀ ਵੀਜ਼ਾ ਆਇਆ ਹੈ। ਜੀ ਜੀ। ਤੁਹਾਡਾ ਕੀ ਨਾਮ ਹੈ ਗੁੜੀਆ? ਸ਼ਿਕਾ। ਅੱਛਾ, ਤੁਸੀਂ ਸਿਸਟਰ ਹੈ? ਹਾਂਜੀ। ਵੱਡੇ? ਹਾਂਜੀ। ਤੁਸੀਂ ਨਹੀਂ ਗਏ? ਨਹੀਂ, ਪਹਿਲਾਂ ਜੇ ਮੈਂ ਗ੍ਰੈਜੂਏਸ਼ਨ ਇੱਥੋਂ ਇੰਡੀਆ ਤੋਂ ਪਰਸਿਊ ਕਰਨੀ ਹੈ ਤਾਂ ਆਈ ਵਿਲ ਥਿੰਕ। ਅੱਛਾ, ਤੁਸੀਂ ਮਤਲਬ ਉਹ ਸਾਡੇ ਪੰਜਾਬ ਦੇ ਵਿੱਚ ਤੇ ਹੁੰਦਾ, ਪੰਜਾਬੀ ਫੈਮਿਲੀ ਤੇ ਜਿਹੜਾ ਇੱਕ ਬੰਦਾ ਚਲਾ ਜਾਂਦਾ ਹੈ ਕੈਨੇਡਾ, ਤੇ ਸਾਰਾ ਪਰਿਵਾਰ ਹੀ ਫਿਰ ਉਹ ਸਮਝਦੇ ਵੀ ਕੈਨੇਡਾ 'ਚ ਜਾਂਦੇ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ? ਵਧੀਆ ਸਰ। ਬੜੀ ਖੁਸ਼ ਲੱਗਦੇ ਹੋ ਅੱਜ। ਯੈਸ ਸਰ। ਮੈਨੂੰ ਲੱਗਦਾ ਘਰੇ ਜਿਹੜੇ ਲੜਦੇ ਝਗੜਦੇ ਹੋਵੋਗੇ, ਨੋਕ ਝੋਕ ਹੁੰਦੀ, ਉਹ ਖਤਮ ਹੋ, ਉਹ ਖੁਸ਼ੀ ਹੈ। ਨੋ ਸਰ। ਕੀ ਨਾਂ ਕੀ ਹੈ ਤੁਹਾਡਾ? ਅਨਮੋਲ। ਅੱਛਾ, ਕਿੰਨੀ ਕੁ ਖੁਸ਼ੀ ਅੱਜ? ਭੈਣ ਜਾ ਰਹੀ ਹੈ, ਛੋਟੀ ਹੈ ਵੱਡੀ ਹੈ? ਛੋਟੀ ਹੈ। ਵੱਡੀ। ਅੱਛਾ, ਤੁਹਾਡੇ ਤੋਂ ਵੱਡੀ। ਵੱਡੀ। ਬਹੁਤ ਖੁਸ਼ੀ ਹੋ ਰਹੀ ਹੈ, ਮੇਰੀ ਸਿਸਟਰ ਕੈਨੇਡਾ ਜਾ ਰਹੀ ਹੈ। ਖੁਸ਼ੀ ਡਾਲਰਾਂ ਦੀ ਵੀ ਨਾਲੋਂ ਨਾਲ ਹੈ। ਰਜਨੀ ਦੇ ਜਿਹੜੇ ਫਾਦਰ ਸਾਹਿਬ ਨੇ ਸਾਡੇ ਨਾਲ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ। ਕੀ ਨਾਂ ਹੈ ਤੁਹਾਡਾ? ਰਜਿੰਦਰ ਕੁਮਾਰ। ਅੱਛਾ ਰਜਿੰਦਰ ਜੀ, ਬੜੇ ਮੈਨੂੰ ਲੱਗਦਾ ਤੁਸੀਂ ਭਾਵੁਕ ਵੀ ਹੋ ਇਸ ਵੇਲੇ। ਕੀ ਮਨ 'ਚ ਕੀ ਚੱਲ ਰਿਹਾ? ਮਨ 'ਚ ਵਧੀਆ ਚੱਲਿਆ ਜੀ, ਬਹੁਤ ਬਹੁਤ ਵਧੀਆ। ਕੀ ਮਨ ਦੇ ਵਿੱਚ ਇਸ ਵੇਲੇ ਕੀ ਹੈ? ਕੀ ਬਹੁਤ ਵਧੀਆ ਪਾਇਆ ਜੀ ਆਪਣਾ ਗੁੜੀਆ ਦਾ, ਬਹੁਤ ਵਧੀਆ। ਕਿਹੋ ਜਿਹਾ, ਕਿੰਨੇ ਪੈਸੇ ਕਿੰਨੇ ਕੁ ਲੱਗੇ? ਪੈਸੇ ਦੀ ਕੋਈ ਦਿੱਕਤ ਨਹੀਂ। ਕੋਈ ਦਿੱਕਤ ਨਹੀਂ, ਮਤਲਬ ਸਮੇਂ ਸਿਰ ਵੀਜ਼ਾ? ਹਾਂਜੀ ਹਾਂਜੀ, ਵਧੀਆ। ਅੱਛਾ, ਕੰਮ ਅੱਛਾ ਹੋ ਗਿਆ, ਕਾਫੀ ਜ਼ਿਆਦਾ ਅੱਛਾ ਹੋ ਗਿਆ। ਅਸੀਂ ਪਹਿਲਾਂ ਸੰਗਰੂਰ ਵੀ ਅਪਲਾਈ ਕੀਤਾ ਸੀ, ਬਟ ਸਾਨੂੰ ਉੱਥੇ ਕੋਈ ਰਿਸਪੌਂਸ ਅੱਛਾ ਨਹੀਂ ਮਿਲਿਆ ਸੀ, ਤਾਂ ਫਿਰ ਇੱਥੇ ਅਮਨ ਜੀ ਨੇ ਕਾਫੀ ਅੱਛਾ ਸਾਥ ਦਿੱਤਾ। ਤਾਂ ਮੇਰਾ ਇਹੀ ਹੈ ਕਿ ਜੋ ਵੀ ਬੱਚੇ ਵੀਜ਼ਾ ਲਗਵਾਉਣਾ ਚਾਹੁੰਦਾ ਹੈ, ਆਪਣਾ ਬਾਹਰ ਜਾਣਾ ਚਾਹੁੰਦਾ, ਤਾਂ ਰਾਈਜ਼ ਇਮੀਗ੍ਰੇਸ਼ਨ ਤੋਂ ਹੀ ਲਗਵਾਵੇ। ਕਿੰਨੇ ਟਾਈਮ 'ਚ ਜਿਹੜੀ ਜਹਾਜ਼ ਹੈ ਹੁਣ ਕੁੜੀ ਚੜ ਰਹੀ ਹੈ? ਆਉਣ ਵਾਲਾ ਟਾਈਮ ਨਹੀਂ, ਕਿੰਨਾ ਟਾਈਮ ਲੱਗਿਆ ਸਾਰੇ ਪ੍ਰੋਸੈਸ ਨੂੰ? ਕਿੰਨਾ? 4 ਮੰਥ। ਅੱਛਾ, ਸਿਰਫ 4 ਮਹੀਨੇ ਦੇ ਵਿੱਚ? 4 ਮਹੀਨੇ ਪਹਿਲਾਂ ਤੁਸੀਂ ਸੋਚਿਆ ਸੀ ਜਾਂ ਉਸ ਤੋਂ ਪਹਿਲਾਂ ਚੱਲ ਰਿਹਾ ਸੀ ਪ੍ਰੋਸੈਸ? ਨਹੀਂ, ਐਸਾ ਕੁਝ ਨਹੀਂ ਸੋਚਿਆ ਸੀ ਕਿ ਇੰਨੀ ਜਲਦੀ ਹੋ ਜਾਊਗਾ, ਲੇਕਿਨ ਬਹੁਤ ਜਲਦੀ। ਥੈਂਕਸ ਅਮਨ ਜੀ। ਸੋ ਦੇਖੋ, ਤੁਸੀਂ ਜਿਹੜੇ ਲੋਕ ਨੇ ਇੱਥੇ ਧੰਨਵਾਦ ਵੀ ਕਰ ਰਹੇ ਨੇ। ਸਾਡੇ ਨਾਲ ਅਨਮੋਲ ਵੀ ਹੈ, ਜਿਨ੍ਹਾਂ ਦਾ ਵੀ ਵੀਜ਼ਾ, ਉਹਨਾਂ ਨੇ ਵੀ ਕੇਕ ਕੱਟਿਆ। ਅਨਮੋਲ ਜੀ, ਕੀ ਕਹੋਗੇ? ਕਿਹੜੀ ਐਡਮਿਸ਼ਨ ਲਈ ਹੈ? ਕਿਸ ਸਟਰੀਮ ਦੇ ਵਿੱਚ ਦਾਖਲਾ ਮਿਲਿਆ ਤੁਹਾਨੂੰ? ਕਿਹੜੀ ਯੂਨੀਵਰਸਿਟੀ ਹੈ, ਕਿਹੜਾ ਕਾਲਜ ਹੈ? मेरा कॉलेज है कॉनेस्टेगा कॉलेज किशनर। तो मेरा कोर्स है क्लाउड डेटा मैनेजमेंट, और मेरा प्रीवियस एक्सपीरियंस भी सेम क्लाउड से रिलेटेड है, तो वही इन्होंने गाइड किया कि सेम कोर्स इज़ बेनिफिशियल, तो उसमें कोर्स मिला 2 इयर्स का। ਅੱਛਾ, ਤੇ ਪਲਾਨਿੰਗ ਕਦੋਂ ਕੀਤੀ ਸੀ? ਲੱਗਦਾ ਸੀ ਕਿੰਨੇ ਟਾਈਮ ਲੱਗ ਗਿਆ ਵੀਜ਼ਾ ਆਉਂਦੇ ਨੂੰ? Within 3-4 months का मैक्स। 3-4 ਮਹੀਨੇ 'ਚ? ਤੁਸੀਂ ਵੀ 3-4 ਮਹੀਨੇ 'ਚ ਜਹਾਜ਼ ਪਹਿਲਾਂ ਸੋਚਣ ਦੇ ਚੜਿਆ ਸੀ, ਤੇ 3 ਮਹੀਨੇ ਬਾਅਦ ਜਹਾਜ਼ ਚੜ ਰਹੇ ਹੋ? yes yes। ਅੱਛਾ, ਹੋਰ ਕੌਣ ਕੌਣ ਹੈ ਫੈਮਿਲੀ 'ਚ? फैमिली में ब्रदर है। ਅੱਛਾ, ਹੋਰ ਨਾਲ ਕੌਣ ਹੈ? ब्रदर।
ਅੱਛਾ, ਬ੍ਰਦਰ ਨਾਲ ਨੇ ਇਹਨਾਂ ਦੇ। ਅੱਛਾ ਅਨਮੋਲ, ਇੱਕ ਹੋਰ ਗੱਲ ਦੱਸੋ, ਬਹੁਤ ਸਾਰੇ ਜਿਹੜੇ ਮੁੰਡੇ ਕੁੜੀਆਂ ਨੇ ਉਹ ਕੀ ਹੁੰਦਾ ਹੈ ਕਿ ਸਟਰੀਮ ਉਹਨਾਂ ਦੀ ਕੋਈ ਹੋਰ ਹੁੰਦੀ ਹੈ, ਜਿਵੇਂ ਕਿ ਤੁਸੀਂ ਦੱਸਿਆ, ਤੇ ਦਾਖਲਾ ਉਹਨਾਂ ਨੂੰ ਕੋਈ ਹੋਰ ਦਵਾ ਦਿੰਦੇ ਨੇ ਤੇ ਫਿਰ ਜੌਬ ਵਾਸਤੇ ਉੱਥੇ ਕੈਨੇਡਾ ਦੇ ਵਿੱਚ ਭਟਕਦੇ ਰਹਿੰਦੇ ਨੇ। गाइडेंस किमें लगी ਤੁਹਾਨੂੰ ਇੱਥੇ ਦੀ? गाइडेंस बेसिकली मैंने इनको अपना सारा बताया था कि मैं प्रीवियस क्या वर्क कर रहा हूँ, मैंने प्रीवियस स्टडीज़ क्या हैं, तो राहुल सर, अमन सर ने गाइड किया कि यू कैन टेक द सेम कोर्स, सिमिलर कोर्स, जो कि बेनिफिशियल है आगे सबके लिए, परमानेंट रेजिडेंसी एंड जॉब्स which is beneficial. So you can do certifications in the same course. So वो beneficial है. ਅੱਛਾ, ਕੋਈ ਹੋਰ ਵੀ ਜਿਹੜੀ ਸਹਾਇਤਾ ਹੈਗੀ, ਜਿਵੇਂ ਤੁਸੀਂ ਕੈਨੇਡਾ ਜਾਣਾ ਹੈ, ਉੱਥੇ ਰਹਿਣ ਦਾ, ਕਰਨ ਦਾ, ਜਾਂ ਉਸ ਤੋਂ ਬਾਅਦ ਜਿਹੜੀਆਂ ਅਸੀਂ ਕਹ ਲਈਏ ਕਿ ਮੁੱਢਲੀਆਂ ਜ਼ਰੂਰਤਾਂ ਹੁੰਦੀਆਂ ਨੇ, ਉਸ ਬਾਬਤ ਵੀ ਗਾਈਡੈਂਸ ਮਿਲਦੀ ਹੈ? हाँ ਕੀ ਕਹਿ ਰਹੇ ਨੇ? जी, सब accommodation, jobs, part-time jobs they will provide. Means they can help ਹੈਲਪ ਕਰਦੇ ਨੇ ਦਿਵਾਉਣ 'ਚ। ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ। ਅਸੀਂ ਅਮਨ ਜੀ ਨਾਲ ਗੱਲ ਕਰਦੇ ਹਾਂ ਇੱਕ ਵਾਰ ਫਿਰ ਤੋਂ। ਅਮਨ ਜੀ, ਇੰਨਾ ਕੁਛ ਤੁਸੀਂ ਇਹਨਾਂ ਨੂੰ ਕਰਕੇ ਦੇ ਰਹੇ ਹੋ ਬੱਚਿਆਂ ਨੂੰ ਬੜੀ ਸਾਫ਼ ਗੋਈ ਨਾਲ, ਪਰਪਸ ਕੀ ਹੈਗਾ ਇੱਥੇ? ਕੀ ਖਾਸ ਹੈਗੀ, ਕੀ ਗੱਲ ਖਾਸ ਹੈਗੀ ਹੈ ਰਾਈਜ਼ ਇਮੀਗ੍ਰੇਸ਼ਨ ਦੀ? ਸਰ ਪਰਪਸ ਸਾਡਾ ਹੀ ਰਹਿੰਦਾ ਕਿ ਜਿਹੜਾ ਬੱਚਾ ਸਾਡੇ ਕੋਲੇ ਆਵੇ ਤੇ ਉਹਦਾ ਵੀਜ਼ਾ ਲੱਗੇ ਔਰ ਕੈਨੇਡਾ ਜਾ ਕੇ ਸੈੱਟ ਹੋਵੇ। ਸਾਨੂੰ ਇਹ ਹੈ ਵੀ ਬੱਚਿਆਂ ਦਾ ਫਿਊਚਰ ਜੋ ਹੈ ਕਿ ਇੰਡੀਆ 'ਚ ਨਹੀਂ ਵਧੀਆ, ਸਾਡੀ ਉਮੀਦ ਇਹੀ ਰਹਿੰਦੀ ਹੈ ਕਿ ਵੀ ਜਿਹੜਾ ਬੱਚਾ ਭਾਵੇਂ ਉਹ ਹਰਿਆਣਾ ਤੋਂ, ਭਾਵੇਂ ਪੰਜਾਬ ਤੋਂ, ਕਿਤੋਂ ਵੀ ਆਵੇ, ਵੀ ਉਹਦਾ ਅਸੀਂ ਵੀਜ਼ਾ ਉਹਨੂੰ ਲੈ ਕੇ ਦਈਏ। 100% ਸਾਡਾ ਇਹੀ ਰਹਿੰਦਾ ਕਿ ਜਿਵੇਂ ਵੀ ਕਿ ਉਹਨੂੰ ਅਸੀਂ ਵੀਜ਼ਾ ਉਹਦਾ ਹੈਂਡਓਵਰ ਕਰੀਏ। ਜੀ। ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਸਟਾਫ ਵੀ ਸਾਰਾ ਇੱਥੇ ਮੌਜੂਦ ਹੈ, ਸਟਾਫ ਤੋਂ ਵੀ ਅਸੀਂ ਗੱਲਬਾਤ ਕਰਦੇ ਹਾਂ। ਕੋਈ ਦਿੱਕਤ ਆਈ ਰਜਨੀ ਤੇ ਅਨਮੋਲ ਦੇ ਵਿੱਚ? ਕੋਈ ਜਦੋਂ ਵੀਜ਼ਾ ਅਪਲਾਈ ਕੀਤਾ, ਕੀ ਸਵਾਲ ਲੈ ਕੇ ਆਏ ਸੀ ਤੁਹਾਡੇ ਕੋਲੇ? ਸਰ ਜਦੋਂ ਇਹਨਾਂ ਨੇ ਅਪਲਾਈ ਕੀਤਾ ਸੀ, ਪਹਿਲਾਂ ਮੈਂ ਰਜਨੀ ਦੀ ਗੱਲ ਕਰਾਂਗੀ। ਜਦੋਂ ਰਜਨੀ ਆਈ ਸੀਗੀ ਤੇ ਇਹਨਾਂ ਨੇ ਇਹ ਕਿਹਾ ਕਿ ਮੈਮ ਵੀ ਅਸੀਂ ਜਾਣਾ ਹੈ, ਵੀ ਸਾਨੂੰ ਬੈਸਟ ਕਾਲਜ, ਬੈਸਟ ਪ੍ਰੋਗਰਾਮ ਸੁਜੈਸਟ ਕਰੋ। ਐਂਡ ਐਸ ਸੱਚ ਕੋਈ ਚੈਲੰਜ ਨਹੀਂ ਸੀਗਾ, ਕਿਉਂਕਿ ਬੱਚੇ ਦੀ ਪ੍ਰੋਫਾਈਲ ਅੱਛੀ ਸੀਗੀ ਔਰ ਉਹਦਾ ਵਿਜ਼ਨ ਕਲੀਅਰ ਸੀਗਾ ਕਿ ਮੈਂ ਜਾਣਾ ਹੈ। ਆਪਣੇ ਅਕੋਰਡਿੰਗ ਸਾਨੂੰ ਕੋਰਸਿਸ ਐਂਡ ਕਾਲਜਿਸ ਪ੍ਰੋਵਾਈਡ ਕਰੋ ਜਿਹਦਾ ਵੀਜ਼ਾ ਜਿਹੜਾ ਸਕਸੈਸ ਰੇਟ ਹੈ ਉਹ ਬੈਟਰ ਹੋਵੇ। ਬੱਚੇ ਨੇ ਆਪਣੀ ਚੋਇਸਿਸ ਦੱਸੀ, ਅਸੀਂ ਉਸਦੇ ਅਕੋਰਡਿੰਗ ਕੇਸ ਪ੍ਰੋਸੀਡ ਕੀਤਾ ਐਂਡ ਤੁਸੀਂ ਦੇਖ ਸਕਦੇ ਹੋ ਸਕਸੈਸਫੁਲੀ ਵੀਜ਼ਾ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਜੀ। ਸੋ ਸਾਡੇ ਨਾਲ ਸਟਾਫ ਹੈਗਾ। ਅੱਛਾ ਮੈਮ, ਸਭ ਤੋਂ ਪਹਿਲਾਂ ਜਦੋਂ ਇੱਥੇ ਬੱਚਾ ਜਾਂ ਬੱਚੇ ਆਉਂਦੇ ਨੇ, ਸਭ ਤੋਂ ਪਹਿਲਾਂ ਸਵਾਲ ਕੀ ਹੁੰਦਾ ਹੈ ਇੱਥੇ ਆ ਕੇ? ਸਭ ਤੋਂ ਪਹਿਲਾਂ ਮਨ ਦੇ ਵਿੱਚ ਕੀ ਚੱਲ ਰਿਹਾ ਹੁੰਦਾ ਜਦੋਂ ਤੁਹਾਡੇ ਕੋਲ ਇੱਥੇ ਰਾਈਜ਼ ਇਮੀਗ੍ਰੇਸ਼ਨ ਪਹੁੰਚਦੇ ਨੇ? ਜੀ, ਬੇਸਿਕਲੀ ਸਟੂਡੈਂਟਸ ਦੇ ਬਹੁਤ ਸਾਰੇ ਕੁਐਸਚਨਸ ਹੁੰਦੇ ਨੇ, ਬਟ ਜਿਹੜਾ ਸਭ ਤੋਂ ਮੇਨ ਕੁਐਸਚਨ ਹੁੰਦਾ ਉਹ ਹੁੰਦਾ ਪੈਸਿਆਂ ਨੂੰ ਲੈ ਕੇ। ਬੱਚਿਆਂ ਦਾ ਫਸਟ ਕੁਐਸਚਨ ਹੁੰਦਾ ਹੈ ਕਿ ਪੈਸੇ ਅਸੀਂ ਖੁਦ ਭਰਨੇ ਆ ਕਾਲਜ ਨੂੰ ਜਾਂ ਤੁਹਾਨੂੰ ਹੈਂਡਓਵਰ ਕਰਨੇ ਆ। ਸੋ ਸਾਡੀ ਫਸਟ ਪ੍ਰਾਇੋਰਟੀ ਇਹੀ ਹੁੰਦੀ ਹੈ ਕਿ ਆਪਾਂ ਸਟੈਪ ਬਾਏ ਸਟੈਪ ਸਾਰਾ ਪ੍ਰੋਸੈਸ ਬੱਚਿਆਂ ਦੇ ਨਾਲ ਕਰਦੇ ਹਾਂ। ਤੇ ਇਹਦੇ ਵਿੱਚ ਕੀ ਹੁੰਦਾ ਕਿ ਕੰਪਲੀਟ ਟਰਾਂਸਪੇਰੈਂਸੀ ਆਪਾਂ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਹਾਂ। ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਿਹੜਾ ਵੀ ਆਪਣਾ ਸਟੈਪ ਰਹਿੰਦਾ ਸਾਰਾ ਪ੍ਰੋਸੈਸਿੰਗ ਦਾ, ਸਾਰੇ ਜਿੰਨੀ ਵੀ ਪੇਮੈਂਟ ਹੁੰਦੀ ਹੈ ਉਹ ਡਾਇਰੈਕਟ ਬੱਚਿਆਂ ਨੇ ਪੇ ਕਰਨੀ ਹੁੰਦੀ ਹੈ ਵਾਇਆ ਚੈੱਕ। ਸਾਰੀ ਪੇਮੈਂਟ ਮਤਲਬ ਤੁਸੀਂ ਕੋਈ ਪੈਸਾ ਜਿਹੜਾ ਬੱਚਿਆਂ ਕੋਲੋਂ ਆਪਣੇ ਕੋਲ ਨਹੀਂ ਲੈਂਦੇ? ਨਹੀਂ ਸਰ, ਆਪਾਂ ਡਾਇਰੈਕਟ ਸਾਰਾ ਕਾਲਜ ਯੂਨੀਵਰਸਿਟੀਜ਼ ਨੂੰ ਹੀ ਪੇ ਕਰਵਾਉਂਦੇ ਆ ਐਂਡ ਬਾਅਦ ਚੋਂ ਆਪਾਂ ਬੱਚਿਆਂ ਨੂੰ TT ਰਿਸੀਟ ਕਨਫਰਮੇਸ਼ਨ ਵੀ ਪ੍ਰੋਵਾਈਡ ਕਰਦੇ ਆ ਕਿ ਤੁਹਾਡੀ ਫੀਸ ਪਹੁੰਚ ਚੁੱਕੀ ਹੈ। ਅੱਛਾ, ਅਨਮੋਲ ਦੇ ਮਾਮਲੇ ਦੇ ਵਿੱਚ, ਰਜਨੀ ਦੇ ਮਾਮਲੇ ਦੇ ਵਿੱਚ ਕੀ ਖਾਸ ਗੱਲ ਰਹੀ? ਬੜੀ ਛੇਤੀ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦੇ ਵੀਜ਼ੇ ਜਿਹੜੇ ਆਏ ਨੇ, ਅੱਜ ਕੱਲ੍ਹ ਤੇ ਰੌਲਾ ਪੈ ਰਿਹਾ ਕਿ ਕੈਨੇਡਾ ਬੰਦ ਹੋ ਗਿਆ, ਕੈਨੇਡਾ ਬੰਦ ਹੋ ਗਿਆ। ਐਕਚੁਅਲੀ ਸਰ ਜਿਵੇਂ ਸਾਡੇ ਕੋਲ ਹੁਣ ਸਟੂਡੈਂਟਸ ਆਉਂਦੇ ਰਹਿੰਦੇ ਨੇ ਐਂਡ ਅਨਮੋਲ ਐਂਡ ਰਜਨੀ ਜਿਨ੍ਹਾਂ ਦੇ ਅੱਜ ਵੀਜ਼ਾਸ ਗ੍ਰਾਂਟ ਹੋ ਕੇ ਆਏ ਨੇ, ਬੇਸਿਕਲੀ ਇਹ ਰਾਹੁਲ ਸਰ ਦੇ ਕਲਾਇੰਟ ਸੀਗੇ। ਸੋ ਮਤਲਬ ਸਾਡੀ ਸਾਰੀ ਕਾਉਂਸਲਰਸ ਦੀ ਟੀਮ ਹੁੰਦੀ ਹੈ, ਸਭ ਕੋਲ ਆਪਣੇ ਆਪਣੇ ਕਲਾਇੰਟਸ ਹੁੰਦੇ ਨੇ, ਬੱਚੇ ਅਪਲਾਈ ਕਰਨ ਆਉਂਦੇ ਨੇ। ਸੋ ਨੋਟ ਈਵਨ ਇਹ ਦੋਨੋਂ ਸਟੂਡੈਂਟ ਹੀ, ਜਿੰਨੇ ਵੀ ਹੋਰ ਸਟੂਡੈਂਟਸ ਵੀ ਆਉਂਦੇ ਨੇ, ਸਭ ਦੇ ਮਨ 'ਚ ਇੱਕ ਡਰ ਹੁੰਦਾ ਕਿ ਮੈਮ ਟੋਟਲ ਪ੍ਰੋਸੈਸਿੰਗ ਟਾਈਮ ਕਿੰਨਾ ਲੱਗੇਗਾ। ਸੋ ਪ੍ਰੋਸੈਸਿੰਗ ਟਾਈਮ ਦੀ ਗੱਲ ਕਰੀਏ, ਇਸ ਟਾਈਮ ਤੋਂ ਤੁਹਾਨੂੰ ਪਤਾ ਹੈ ਕਿ ਅੰਬੈਸੀ ਔਨ ਫਲੋ ਹੈ, ਤਾਂ ਕਾਫੀ ਟਾਈਮ ਅੰਬੈਸੀ ਦੇ ਵਿੱਚ ਰਿਜ਼ਲਟਸ ਦੇਣ ਵਾਸਤੇ ਲੱਗ ਰਿਹਾ ਹੈ। ਬਟ ਫਿਰ ਵੀ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦੇ ਜਿਹੜੇ ਨੇ ਰਿਜ਼ਲਟ ਆਪਾਂ ਨੂੰ ਮਤਲਬ ਵਧੀਆ ਆਪਾਂ ਨੂੰ ਮਿਲੇ ਨੇ ਤੇ ਬੱਚੇ ਬਹੁਤ ਖੁਸ਼ ਹੋਏ ਨੇ ਸਰਵਿਸ ਤੋਂ। ਸਾਡੇ ਲਈ ਇਹ ਬਹੁਤ ਵਧੀਆ ਗੱਲ ਹੈ। ਜੀ ਬਿਲਕੁਲ। ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਇਹ ਤਸਵੀਰਾਂ ਇਸ ਵੇਲੇ ਜਿਹੜੀਆਂ ਤੁਸੀਂ ਦਿਖਾ ਰਹੇ ਹੋ, ਮੈਨੂੰ ਲੱਗਦਾ ਕਿ ਹੁਣ ਮੂੰਹ ਮਿੱਠਾ ਵੀ ਨਾਲੋਂ ਨਾਲ ਅਮਨ ਜੀ ਹੁਣੇ ਜਿਹੜਾ ਕਰਾਉਣਗੇ ਬੱਚਿਆਂ ਦਾ, ਨਾਲ ਅਨਮੋਲ ਨੂੰ ਵੀ ਜਿਹੜਾ ਉਹ ਪਾਸਪੋਰਟ ਹੈ ਜਿਹੜਾ ਹੈਂਡਓਵਰ ਕੀਤਾ ਜਾ ਰਿਹਾ ਹੈ। ਸੋ ਜਿਹੜਾ ਕਿਉਂਕਿ ਸਾਡੇ ਪੰਜਾਬੀ ਸੱਭਿਆਚਾਰ ਦੀ, ਸਾਡੇ ਪੰਜਾਬੀ ਜਿਹੜਾ ਭਾਰਤੀ ਸੱਭਿਆਚਾਰ ਦੀ ਇਹ ਰਵਾਇਤ ਹੈ ਕਿ ਜਦੋਂ ਵੀ ਕੋਈ ਖੁਸ਼ੀ ਦਾ ਮੌਕਾ ਹੁੰਦਾ ਹੈ ਤਾਂ ਉਸ ਵੇਲੇ ਮੂੰਹ ਹੈ ਜ਼ਰੂਰ ਮਿੱਠਾ ਕਰਵਾਇਆ ਜਾਂਦਾ ਹੈ। ਸੋ ਇਸ ਵੇਲੇ ਅਮਨ ਜੀ ਆਪਣੇ ਜਿਹੜੇ ਸਟੂਡੈਂਟ ਹੈਗੇ ਨੇ, ਆਪਣੇ ਛੋਟੀਆਂ ਭੈਣਾਂ ਵਾਂਗੂ, ਛੋਟੇ ਭਰਾਵਾਂ ਵਾਂਗੂ ਜਿਹੜਾ ਮੂੰਹ ਮਿੱਠਾ ਹੈ ਰਜਨੀ ਦਾ ਔਰ ਅਨਮੋਲ ਦਾ ਉਹ ਕਰਵਾ ਰਹੇ ਨੇ, ਨਾਲੋਂ ਨਾਲ ਆਪਣੇ ਸਟਾਫ ਨੂੰ ਵੀ ਜਿਹੜਾ ਉਹ। ਸੋ ਤਸਵੀਰਾਂ ਨੇ ਬਹੁਤ ਬਿਹਤਰੀਨ ਜਿਹੜਾ ਫਿਊਚਰ ਹੈਗਾ। ਜਦੋਂ ਅਮਨ ਜੀ ਕਿਹੋ ਜਿਹਾ ਲੱਗਦਾ ਜਦੋਂ ਇੱਕ ਸਿਕਿਉਰ ਫਿਊਚਰ ਤੁਸੀਂ ਬੱਚਿਆਂ ਨੂੰ ਦਿੰਦੇ ਹੋ, ਕਿਹੋ ਜਿਹੇ ਰਿਲੇਸ਼ਨਸ ਤੁਹਾਡੇ ਤਾਂ ਰਿਲੇਸ਼ਨਸ਼ਿਪ ਬੜੇ ਸਟਰੋਂਗ ਬਣ ਜਾਂਦੇ ਹੋਣਗੇ, ਕਿਉਂਕਿ ਜਿਹੜਾ ਤੁਹਾਡਾ ਇਹ ਪ੍ਰੋਵਾਈਡ ਕੀਤਾ ਹੋਇਆ ਵੀਜ਼ਾ ਹੈ, ਇੱਕ ਫੈਮਿਲੀ ਨਹੀਂ, ਮੈਨੂੰ ਲੱਗਦਾ ਕਿ ਖਾਨਦਾਨ ਦੇ ਖਾਨਦਾਨ ਬਦਲ ਸਕਦਾ।
ਸਰ ਬੜਾ ਅੱਛਾ ਫੀਲ ਹੁੰਦਾ, ਦਿਲ ਨੂੰ ਸਕੂਨ ਮਿਲਦਾ ਵੀ ਜਦੋਂ ਕੋਈ ਬੰਦਾ ਸੈੱਟ ਹੁੰਦਾ ਜਾ ਕੇ, ਹੈ ਨਾ। ਸਾਰੀ ਉਮੀਦ ਸਾਡੇ ਤੇ ਰਾਈਜ਼ ਇਮੀਗ੍ਰੇਸ਼ਨ ਤੇ ਪੂਰੀ ਉਮੀਦ ਲੈ ਕੇ ਆਉਂਦਾ ਵੀ ਇੰਨੇ ਪੈਸੇ ਦੇਣੇ ਆ, ਵੀ ਸਾਡੀ ਉਮੀਦ ਪੂਰੀ ਹੋਊਗੀ ਜਾਂ ਨਹੀਂ ਹੋਊਗੀ। ਜਦੋਂ ਕਿਸੇ ਦਾ ਵੀਜ਼ਾ ਆਉਂਦਾ ਤਾਂ ਦਿਲ ਨੂੰ ਬਹੁਤ ਸਕੂਨ ਮਿਲਦਾ ਕਿ ਚਲੋ ਬੱਚੇ ਦਾ ਵੀਜ਼ਾ ਆ ਗਿਆ, ਸੈੱਟ ਹੋਊਗਾ, ਹੈ ਨਾ। ਤੁਸੀਂ ਤਾਂ ਨਹੀਂ ਭੁੱਲਦੇ ਜਾ ਕੇ? ਨਹੀਂ ਜਮਾ ਵੀ ਨਹੀਂ। ਜੀ ਸੋ ਇਹ ਤਸਵੀਰਾਂ ਨੇ ਮੂੰਹ ਮਿੱਠਾ ਜਿਹੜਾ ਕਰਵਾਇਆ ਜਾ ਰਿਹਾ ਹੈ ਹਰੇਕ ਨੂੰ ਇੱਥੇ। ਤੁਸੀਂ ਹਰੇਕ ਨੂੰ ਅਮਨ ਜੀ ਐਵੇਂ ਛੋਟੇ ਭੈਣ ਭਰਾਵਾਂ ਵਾਂਗੂ ਡੀਲ ਕਰਦੇ ਹੋ? ਸਰ ਰੋਜ਼ ਦਾ ਹੀ ਰਹਿੰਦਾ ਗਾ, ਜਿਹੜਾ ਵੀ ਆਉਂਦਾ ਫੈਮਿਲੀ ਦੀ ਤਰ੍ਹਾਂ ਹੀ ਰਹਿੰਦਾ, ਵੀ ਜਾ ਕੇ ਵੀ ਉੱਥੇ ਸਾਨੂੰ ਯਾਦ ਰੱਖਦਾ ਕਿ ਕਿਤੇ ਰਾਈਜ਼ ਇਮੀਗ੍ਰੇਸ਼ਨ ਅਸੀਂ ਗਏ ਸੀਗੇ, ਹੈ ਨਾ। ਕੋਈ ਇਵੇਂ ਦਾ ਕੋਈ ਪਰਸਨ ਨਹੀਂ ਕਿ ਇੱਕ ਵਾਰੀ ਵੀਜ਼ਾ ਲੱਗ ਗਿਆ ਉਸ ਤੋਂ ਬਾਅਦ ਨਹੀਂ ਟੱਚ 'ਚ। ਜਿੰਨੇ ਵੀ ਬੱਚੇ ਗਏ ਨੇ ਸਾਰੇ ਹੁਣ ਤੱਕ ਸਾਡੇ ਟੱਚ 'ਚ ਨੇ। ਅੱਛਾ, ਪਰ ਇੱਕ ਦੋ ਸਵਾਲ ਵੀ ਨੇ ਜਿਹੜੇ ਅਕਸਰ ਅਮਨ ਜੀ ਲੋਕਾਂ ਦੇ ਜ਼ਿਹਨ ਦੇ ਵਿੱਚ, ਬੱਚਿਆਂ ਦੇ ਜ਼ਿਹਨ ਦੇ ਵਿੱਚ ਆਉਂਦੇ ਨੇ। ਵੱਡਾ ਸਵਾਲ ਇਸ ਵੇਲੇ ਇਹ ਹੋਊਗਾ ਖੜਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਦਾ ਤਾਂ ਪ੍ਰੋਸੈਸ ਹੀ ਨਹੀਂ ਹੋ ਰਿਹਾ, ਟਾਈਮ ਬੜਾ ਲੱਗ ਜਾਂਦਾ। ਸਰ ਇਵੇਂ ਦੀ ਕੋਈ ਗੱਲ ਨਹੀਂ, ਅਗਰ ਤੁਹਾਡਾ ਕੋਰਸ, ਅਗਰ ਤੁਹਾਡੇ ਬੈਂਡ ਸਕੋਰ, ਅਗਰ ਤੁਹਾਡੀ ਫਾਈਲ ਬਿਲਕੁਲ ਸਹੀ ਕੀਤੀ ਹੈ ਨਾ, ਕੋਈ ਉਸ 'ਚ ਕਮੀ ਨਹੀਂ ਹੈਗੀ, ਕੋਈ ਕੁਛ ਨਹੀਂ ਗਾ, ਤਾਂ ਤੁਹਾਡਾ ਵੀਜ਼ਾ 100% ਅੱਛਾ, ਬੇਸਿਕ ਰਿਕੁਆਇਰਮੈਂਟ ਕੀ ਹੈਗੀ ਹੈ ਇਹਨਾਂ ਬੱਚਿਆਂ ਦੀ? ਕੀ ਕੁਆਲੀਫਿਕੇਸ਼ਨ ਸੀ ਜਿਹੜਾ ਇੰਨੀ ਛੇਤੀ ਇਹਨਾਂ ਦੇ ਵੀਜ਼ੇ ਆ ਗਏ, ਜਾਂ ਕਿਹੋ ਜਿਹੀ ਪ੍ਰੋਫਾਈਲ ਸੀ? ਇੱਕ ਬੇਸਿਕ ਰਿਕੁਆਇਰਮੈਂਟ ਕੀ ਹੈਗੀ ਅਗਰ ਅਸੀਂ ਕੈਨੇਡਾ ਜਾ ਕੇ ਪੜ੍ਹਾਈ ਕਰਨੀ ਹੈ? ਤੁਸੀਂ ਕਾਲਜ ਦੇ ਅਕੋਰਡਿੰਗ, ਉਹਨਾਂ ਦੀਆਂ ਪੂਰੀ ਅਸੈਸਮੈਂਟ ਦੇ ਅਕੋਰਡਿੰਗ ਪੂਰੀ ਰੈਲੀਵੈਂਸੀ ਪੂਰੀ ਕਰਦੇ ਹੋ ਤੁਸੀਂ। ਜਿੰਨੇ ਬੈਂਡ ਸਕੋਰ ਉਹਨਾਂ ਨੇ ਮੰਗੇ ਨੇ ਉਨੇ ਤੁਹਾਡੇ ਬੈਂਡ ਸਕੋਰ ਹੋਣੇ ਚਾਹੀਦੇ ਨੇ, ਹੈ ਨਾ। ਅਗਰ ਐਸਓਪੀ ਤੁਸੀਂ ਵਧੀਆ ਲਿਖ ਕੇ ਦੋਗੇ ਤਾਂ ਤੁਹਾਡਾ ਵੀਜ਼ਾ 100% ਲੱਗੂਗਾ ਹੀ। ਮਤਲਬ ਤੁਸੀਂ ਪਹਿਲਾਂ ਪ੍ਰੋਪਰ ਪ੍ਰੋਫਾਈਲ ਦੇ ਉੱਤੇ ਕੰਮ ਕਰਦੇ ਹੋ, ਕਹਿਣ ਦਾ ਮਤਲਬ ਇਹ? ਬਿਲਕੁਲ, ਪਹਿਲਾਂ ਪ੍ਰੋਫਾਈਲ ਚੈੱਕ ਕੀਤੀ ਜਾਂਦੀ ਹੈ। ਇਹ ਨਹੀਂ ਹੈਗਾ ਵੀ ਕੋਈ ਵੀ ਆ ਗਿਆ ਤੁਸੀਂ ਹਰੇਕ ਨੂੰ ਹਾਂ ਕਰ ਦਾਂਗੇ, ਇਵੇਂ ਦਾ ਕੁਝ ਨਹੀਂ ਹੈਗਾ ਇੱਥੇ, ਹੈ ਨਾ। ਪਹਿਲਾਂ ਬਿਲਕੁਲ ਪ੍ਰੋਪਰ ਤਰ੍ਹਾਂ ਅਸੈਸਮੈਂਟ ਕਰਾ ਕੇ ਦਿੱਤੀ ਜਾਂਦੀ ਹੈ। ਅਗਰ ਵੀਜ਼ਾ ਨਹੀਂ ਲੱਗੂਗਾ ਤਾਂ ਉਹਨੂੰ ਸਾਫ਼ ਜਵਾਬ ਦਿੱਤਾ ਜਾਂਦਾ ਕਿ ਤੁਹਾਡਾ ਕੰਮ ਨਹੀਂ ਹੋਊਗਾ, ਕਿ ਟਾਈਮ ਵੇਸਟ ਨਹੀਂ ਕੀਤਾ ਜਾਂਦਾ ਇੱਥੇ ਕਿਸੇ। ਪਰ ਇੱਕ ਗੱਲ ਹੋਰ ਹੈਗੀ ਹੈ ਇੱਥੇ, ਤੁਸੀਂ, ਮੈਂ ਦੇਖ ਰਿਹਾ ਸੀ ਕਿ ਤੁਹਾਡੇ ਕੋਲ ਇੱਕ ਗੁੜੀਆ ਵੀ ਆਈ ਸੀ, ਉਹਨੇ ਪੀਟੀ ਕੀਤੀ ਹੋਈ ਸੀ, ਤੁਸੀਂ ਉਹਦਾ ਵੀ ਵੀਜ਼ਾ ਕਰਵਾ ਰਹੇ, ਲੇਕਿਨ ਪੀਟੀ ਵਾਸਤੇ ਤਾਂ ਇਹ ਜਿਹੜਾ ਮੰਨਿਆ ਜਾਂਦਾ ਹੈ ਕਿ 100 ਦੇ ਵਿੱਚੋਂ 100 ਫਾਈਲਾਂ ਲਗਾਉਣੇ ਆ ਤਾਂ 10-20 ਪ੍ਰੋਸੈਸ ਹੁੰਦੀਆਂ ਨੇ, ਇਸ ਤਰ੍ਹਾਂ ਦਾ ਕੁਝ ਹੈ? ਨਹੀਂ ਸਰ, ਐਵੇਂ ਦਾ ਕੁਝ ਨਹੀਂ ਹੈਗਾ। ਅਗਰ ਪੀਟੀ ਦੇ ਸਕੋਰ ਤੁਹਾਡੇ ਐਲੀਜੀਬਲ ਨੇ, ਹੈ ਨਾ, 55 ਤੋਂ ਲੈ ਕੇ 60 ਤੱਕ ਤੁਹਾਡੇ ਸਕੋਰ ਹੈਗੇ ਨੇ, ਤਾਂ ਤੁਹਾਡਾ ਵੀਜ਼ਾ ਪੀਟੀ 'ਚ ਵੀ ਲੱਗੂਗਾ। ਕਿੰਨੇ ਵੀਜ਼ੇ ਨੇ ਹੁਣ ਤੱਕ? ਕਿੰਨੇ ਬੱਚਿਆਂ ਦਾ ਭਵਿੱਖ ਹੈ ਹੁਣ ਤੱਕ ਤੁਸੀਂ ਸਵਾਰ ਚੁੱਕੇ ਹੋ? ਸਰ ਬਹੁਤ ਬੱਚੇ ਨੇ, ਯਾਦ ਹੀ ਨਹੀਂ ਕਿ ਕੁਝ, ਹੈ ਨਾ। ਰੋਜ਼ ਵੀ ਮੰਨ ਲਓ ਕਿ ਚਲੋ ਵੀ 2-3 ਰੋਜ਼ ਹੀ ਹੋ ਰਹੇ ਨੇ। ਜੀ ਹਾਂਜੀ। ਸਾਡੇ ਨਾਲ ਹੋਰ ਵੀ ਸਟਾਫ ਹੈਗਾ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਕੇ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ। ਇੱਕੋ ਹੀ ਤਰ੍ਹਾਂ ਦਾ ਕੇਕ ਖਾ ਕੇ ਤੁਸੀਂ ਫਿਰ ਥੋੜਾ ਲੱਗਦਾ ਨਹੀਂ ਮੂਡ? ਨਹੀਂ ਸਰ, ਤੁਸੀਂ ਕਹਿ ਰਹੇ ਸੀ ਫਿਰ ਉਹੀ ਕੇਕ ਆ ਗਿਆ। ਨਹੀਂ ਸਰ, ਇੱਦਾਂ ਦਾ ਕੁਝ ਨਹੀਂ ਹੈਗਾ। ਸਭ ਤੋਂ ਵੱਡੀ ਗੱਲ ਹੁੰਦੀ ਹੈ ਬੱਚੇ ਦਾ ਵੀਜ਼ਾ ਆਇਆ ਹੈਗਾ ਅਤੇ ਉਹ ਸਕਸੈਸ ਆ, ਉਹਨਾਂ ਦਾ ਫਿਊਚਰ ਵਧੀਆ ਹੈਗਾ। ਅਸੀਂ ਸਾਰਿਆਂ ਨੂੰ ਇਹੀ ਮੈਸੇਜ ਦਿੰਦੇ ਹਾਂ ਵੀ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ, ਹੈ ਨਾ। ਤੁਸੀਂ ਇੱਥੇ ਆਓ, ਆਪਣੀ ਅਸੈਸਮੈਂਟ ਬਣਵਾਓ, ਆਪਣਾ ਫਿਊਚਰ ਲਈ ਵੇਖੋ, ਤਾਂ ਵੈਸੇ ਤੁਹਾਨੂੰ ਇਹੀ ਹੈ। ਅੱਛਾ, ਇੱਕ ਹੋਰ ਬਹੁਤ ਸਾਰੀਆਂ ਜਿਹੜੀਆਂ ਉੱਥੇ ਜਾ ਕੇ ਪਰੇਸ਼ਾਨੀਆਂ, ਕਿਉਂਕਿ ਇਨਵਾਇਰਨਮੈਂਟ ਨਵਾਂ ਹੁੰਦਾ ਹੈ, ਲੋਕ ਬਿਲਕੁਲ ਨਵੇਂ ਹੁੰਦੇ ਨੇ, ਲੈਂਗੁਏਜ ਬਿਲਕੁਲ ਨਵੀਂ ਹੁੰਦੀ ਹੈ, ਤੇ ਫਿਰ ਉਹ ਸਮੱਸਿਆ ਦਾ ਵੀ ਹੱਲ ਰਾਈਜ਼ ਇਮੀਗ੍ਰੇਸ਼ਨ ਕਰਦਾ? ਹਾਂਜੀ ਸਰ, ਜਿੱਦਾਂ ਬੱਚੇ ਜਾਂਦੇ ਨੇਗੇ ਉਹਨਾਂ ਦਾ ਰੈਫਰੈਂਸ ਦਿੱਤਾ ਜਾਂਦਾ ਹੈਗਾ, ਬੱਚਿਆਂ ਨੂੰ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਅਤੇ ਬੱਚੇ ਵਧੀਆ ਜਾ ਕੇ ਸੈਟਲ ਹੋ ਜਾਂਦੇ ਨੇ, ਇੱਕ ਦੂਜੇ ਨਾਲ ਐਡਜਸਟਮੈਂਟ ਕਰ ਲੈਂਦੇ ਨੇ। ਇੱਥੋਂ ਵੀ ਤੁਸੀਂ ਹੈਲਪ ਕਰਦੇ ਹੋ? ਹਾਂਜੀ ਸਰ, ਬਿਲਕੁਲ ਹੈਲਪ ਕਰਦੇ ਹੋ। ਜੀ ਸੋ ਮੈਨੂੰ ਲੱਗਦਾ ਕਿ ਇਹ ਕੇਕ ਗਰਮ ਨਾ ਹੋ ਜਾਏ, ਇਸ ਤੋਂ ਪਹਿਲਾਂ ਸਾਰਿਆਂ ਨੂੰ ਖਾ ਲੈਣਾ ਚਾਹੀਦਾ ਕੇਕ। ਸਾਰੇ ਇੱਥੇ ਮੂੰਹ ਮਿੱਠਾ ਆਪਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ, ਤੇ ਆਪਣੇ ਸਟਾਫ ਦਾ ਵੀ ਨਾਲੋਂ ਨਾਲ ਹੈ ਜਿਹੜਾ ਉਹ ਮੂੰਹ ਮਿੱਠਾ ਇੱਥੇ ਅਮਨ ਜੀ ਹੋਣਾ ਵੱਲੋਂ ਕਰਵਾਇਆ ਜਾ ਰਿਹਾ ਹੈ। ਨਾਲੋਂ ਨਾਲ ਭਾਈ ਸਾਹਿਬ, ਤੁਹਾਨੂੰ ਕੇਕ ਪਸੰਦ ਨਹੀਂ ਹੈ? ਬਿਲਕੁਲ। ਕੀ ਕਰੀਏ, ਸੋ ਦੇਖੋ, ਕੇਕ ਖਾ ਕੇ ਨਾ ਅਸੀਂ ਵੀ ਅੱਕ ਗਏ। ਰੋਜ਼ ਕੇਕ ਖਾਂ 3 ਟਾਈਮ ਇੱਕੋ ਹੀ ਫਲੇਵਰ ਖਾ ਕੇ ਨਾ ਹੁਣ ਕਿਹਦੀ ਪਸੰਦ ਦਾ ਫਲੇਵਰ ਹੈ ਜੀ? ਇਹ ਸਾਰਾ ਸਾਡਾ ਸਟਾਫ ਹੈ ਜੀ। ਹਾਂ, ਜਿਹੜਾ ਸੇਮ ਫਲੇਵਰ ਅਸੀਂ ਕਰਦੇ ਹਾਂ ਡਿਮਾਂਡ। ਹੁਣ ਵੀਜ਼ਾ ਤਾਂ ਚਲੋ ਰੋਜ਼ ਆਈ ਜਾਂਦਾ, ਵੀ ਥੋੜਾ ਜਿਹਾ ਫਲੇਵਰ ਬਦਲਦੀ ਹੈ। ਜੀ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਰਾਈਜ਼ ਇਮੀਗ੍ਰੇਸ਼ਨ ਦੀ, ਔਰ ਨਾਲੋਂ ਨਾਲ ਜਿਹੜੀ ਤੋਹਫੇ ਨੇ, ਜਿਹੜੇ ਪਿਆਰ ਭਰਿਆ ਤੋਹਫਾ ਹੈਗਾ ਉਹ ਰਜਨੀ ਦੇ ਪਰਿਵਾਰ ਵੱਲੋਂ ਅਮਨ ਹੋਰਾਂ ਨੂੰ ਦਿੱਤਾ ਜਾ ਰਿਹਾ ਹੈ। ਤਸਵੀਰਾਂ ਤੁਹਾਨੂੰ ਇਸ ਵੇਲੇ ਅਸੀਂ ਦਿਖਾ ਰਹੇ ਹਾਂ, ਇਹ ਲਾਈਵ ਤਸਵੀਰਾਂ ਨੇ। ਇਸ ਵੇਲੇ ਰਾਈਜ਼ ਇਮੀਗ੍ਰੇਸ਼ਨ ਵਾਲਿਆਂ ਦਾ ਇਹ ਕਹਿਣਾ ਹੈ ਕਿ ਬੜੀ ਸਾਫ਼ ਗੋਈ ਨਾਲ, ਬੜੀ ਸਪਸ਼ਟਤਾ ਨਾਲ ਜਿਹੜੀ ਇੱਥੇ ਹੈ ਉਹ ਹਰ ਗੱਲ ਹੈ, ਬੜੀ ਟਰਾਂਸਪੇਰੈਂਸੀ, ਜਿਹੜੀ ਪਾਰਦਰਸ਼ਤਾ ਰੱਖੀ ਗਈ ਸੀ। ਤੁਸੀਂ ਭਰਾਓ ਇਹਨਾਂ ਨੂੰ? ਹਾਂਜੀ। ਕਿੰਨੀ ਕੁ ਪਾਰਦਰਸ਼ਤਾ ਨਾਲ ਕੰਮ ਕੀਤਾ ਇੱਥੇ? ਬਿਲਕੁਲ ਸਹੀ ਕੰਮ ਕੀਤਾ ਹੈ, ਸਹੀ ਗਾਈਡ। ਟਰਾਂਸਪੇਰੈਂਸੀ ਕਿੰਨੀ ਕੁ ਹੈ? 100% ਟਰਾਂਸਪੇਰੈਂਸੀ ਹੈ, ਸਹੀ ਗੱਲ ਦੱਸੀ ਹੈ ਸਾਰਾ ਕੁਝ। ਮਤਲਬ ਜੋ ਵੀ ਡਾਊਟ ਸੀਗੇ ਪ੍ਰੋਪਰ ਕਲੀਅਰ ਕੀਤੇ ਨੇ। ਮਤਲਬ ਜੋ ਤੁਹਾਡੇ ਮਨ ਦੇ ਵਿੱਚ ਸਵਾਲ ਆਉਂਦੇ ਕਿ ਕਲੀਅਰ ਕਰ ਦਿੱਤੇ? ਨਾਲ ਦੀ ਨਾਲ ਕਲੀਅਰ ਕੀਤੇ ਨੇ ਸਾਰੇ ਭਾਈ ਨੇ। ਜੀ ਬਹੁਤ ਬਹੁਤ ਸ਼ੁਕਰੀਆ। ਸੋ ਦੇਖੋ, ਇੱਥੇ ਤਸਵੀਰਾਂ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਆਪਣੇ ਆਪ ਦੇ ਵਿੱਚ ਇਹਨਾਂ ਤਸਵੀਰਾਂ ਦੇ ਬਾਬਤ, ਕਿਉਂਕਿ ਜਦੋਂ ਅਸੀਂ ਅਮਨ ਹੋਰਾਂ ਨਾਲ ਗੱਲ ਕੀਤੀ, ਉਹਨਾਂ ਦਾ ਕਹਿਣਾ ਕਿ ਜਿਹੜੀਆਂ ਤਸਵੀਰਾਂ ਇੱਥੇ ਲਟਕਾਈਆਂ ਗਈਆਂ ਨੇ, ਆਪਣੇ ਆਪ ਦੇ ਵਿੱਚ ਹਰ ਤਸਵੀਰ ਹੈ ਜਿਹੜੀ ਉਹ ਇੱਕ ਅਲੱਗ ਕਹਾਣੀ, ਇੱਕ ਅਲੱਗ ਜਿਹੜਾ
ਨਜ਼ਰੀਆ ਇੱਥੇ ਰੱਖਦੀ ਹੈ। ਅਮਨ ਜੀ, ਇਹ ਤਸਵੀਰ ਹੈਗੀ ਹੈ ਮੁੰਡੇ ਦੀ, ਖਾਸ ਕਰਕੇ ਤੁਸੀਂ ਫਰੇਮ ਕਰਕੇ ਲਾਈ ਹੈ। ਇਸ ਤਸਵੀਰ ਦੇ ਪਿੱਛੇ ਦਾ ਕੀ ਕਾਰਨ ਹੈ? ਸਾਡੇ ਨਾਲ ਇੱਥੇ ਅਸੀਂ ਸਟਾਫ ਤੋਂ ਕੋਸ਼ਿਸ਼ ਕਰਾਂਗੇ ਪੁੱਛਣ ਦੀ, ਇਸ ਤਸਵੀਰ ਦੇ ਪਿੱਛੇ ਕੀ ਕਾਰਨ ਹੈ? ਸਾਰਿਆਂ ਦੀ ਤੁਸੀਂ ਦੋ ਦੋ ਦੀ ਲਾਈਆਂ ਨੇ, ਬਹੁਤ ਸਾਰਿਆਂ ਦੀ ਇਕੱਲੇ ਇਕੱਲੇ ਦੀ ਤਸਵੀਰਾਂ ਲਾਈਆਂ ਨੇ, ਇਹ ਕੀ ਕਾਰਨ ਹੈ? ਐਕਚੁਅਲੀ ਇਹ ਬਾਕਸਿੰਗ ਕਲਾਇੰਟ ਸੀਗੇ ਮੇਰੇ ਉੱਤਰਾਖੰਡ ਤੋਂ, ਐਂਡ ਇਹਨਾਂ ਦਾ 10 to 12 ਇਅਰਸ ਦਾ ਗੈਪ ਸੀਗਾ ਫਾਈਲ ਦੇ ਵਿੱਚ। ਕਿੰਨੇ ਜੀ? 10 to 12 ਇਅਰਸ ਦਾ ਗੈਪ। ਠੀਕ ਠੀਕ ਲਾ ਲਓ ਜੀ। ਇੰਨਾ ਹੀ ਸੀਗਾ ਸਰ ਇਹਨਾਂ ਦਾ 12 ਸਾਲ ਦਾ ਗੈਪ। ਹਾਂਜੀ, ਇਹਨਾਂ ਦਾ ਇੰਨਾ ਗੈਪ ਸੀਗਾ। ਐਂਡ ਮੋਰ ਓਵਰ ਉੱਤਰਾਖੰਡ ਤੋਂ ਜਦੋਂ ਇਹਨਾਂ ਨੇ ਮੈਨੂੰ ਕੰਟੈਕਟ ਕੀਤਾ ਕਾਲ ਤੇ, ਤਾਂ ਇਹਨਾਂ ਦਾ ਫਰਸਟ ਚੀਜ਼ ਇਹ ਸੀ ਕਿ ਮੈਮ ਕਿਸੇ ਏਜੰਟ ਨੇ ਮੈਨੂੰ ਯੈਸ ਨਹੀਂ ਕੀਤੀ ਹੁਣ ਤੱਕ ਮੇਰੀ ਫਾਈਲ ਤੇ, ਤੁਸੀਂ ਫਰਸਟ ਹੋ ਜਿਹੜੇ ਕਹਿ ਰਹੇ ਹੋ ਕਿ ਸਟੱਡੀ ਵੀਜ਼ਾ ਗ੍ਰਾਂਟ ਹੋ ਸਕਦਾ ਹੈ। ਇਹ ਤਾਂ ਮੈਂ ਵੀ ਨਹੀਂ ਮੰਨਦਾ ਕਿ ਜੀ 10-12 ਸਾਲ, 5-4 ਸਾਲ, 2-4 ਸਾਲ, ਵੱਧ ਤੋਂ ਵੱਧ 7 ਸਾਲ ਅਸੀਂ ਲੈ ਕੇ ਚੱਲੀਏ, ਲੇਕਿਨ 12 ਸਾਲ। ਐਕਚੁਅਲੀ ਸਰ ਇਹਨਾਂ ਦਾ ਨਾ ਕੰਪਲੀਟਲੀ ਡੈਡ ਕੇਸ ਸੀਗਾ। ਆਪਾਂ ਐਵੇਂ ਦੇ ਕੇਸ ਨੂੰ ਇੱਕ ਤਰ੍ਹਾਂ ਤੋਂ ਡੈਡ ਕੇਸ ਕੰਸੀਡਰ ਕਰ ਲੈਂਦੇ ਹਾਂ, ਬਟ ਇੱਕ ਉਮੀਦ ਸੀਗੀ ਸਾਨੂੰ, ਕਿਉਂਕਿ ਇਹਨਾਂ ਦੇ ਓਵਰਆਲ 7 ਬੈਂਡ ਸਕੋਰ ਸੀਗੇ ਇਹਨਾਂ ਦੇ। ਐਂਡ ਇਹ ਆਏ ਸੀ ਮੇਰੇ ਕੋਲ ਵਿਜ਼ਟਰ ਵੀਜ਼ਾ ਦਾ ਪੁੱਛਣ, ਬਟ ਮੈਂ ਇਹਨਾਂ ਨੂੰ ਕਿਹਾ ਕਿ ਵਿਜ਼ਟਰ ਵੀਜ਼ਾ 'ਚ ਸਰ ਤੁਹਾਡੇ 50-50 ਚਾਂਸਿਸ ਨੇ, ਕਿਉਂਕਿ ਉਹ ਸ਼ੋਰ ਨਹੀਂ ਹੁੰਦਾ ਕਿ ਤੁਸੀਂ ਸਟੱਡੀ ਵੀਜ਼ਾ ਇੱਕ ਵਾਰ ਸਾਡੇ ਕੋਲ ਚਾਂਸ ਲੈ ਕੇ ਦੇਖੋ, ਆਪਾਂ ਇੱਕ ਵਾਰ ਆਪਣਾ ਕੰਪਲੀਟ ਬੈਸਟ ਦੇਵਾਂਗੇ ਤੁਹਾਡੀ ਫਾਈਲ ਤੇ, SOP ਦੇਖਾਂਗੇ ਜਿੰਨੀ ਬੈਸਟ ਤੁਹਾਡੀ ਰੈਡੀ ਹੋ ਸਕਦੀ ਹੈ। ਸੋ ਇੱਕ ਕੋਸ਼ਿਸ਼ ਕੀਤੀ ਸੀ ਅਸੀਂ। ਐਂਡ ਮੋਰ ਓਵਰ ਜਦੋਂ ਇਹਨਾਂ ਦਾ ਵੀਜ਼ਾ ਗ੍ਰਾਂਟ ਹੋ ਕੇ ਆਇਆ, ਇਹਨਾਂ ਦੀ ਸਾਰੀ ਫੈਮਿਲੀ, ਮਤਲਬ ਜੋ ਉਹਨਾਂ ਦੇ ਐਕਸਪ੍ਰੈਸ਼ਨ ਆਏ ਸਾਡੇ ਅੱਗੇ, ਕਿ ਇਹਨਾਂ ਨੂੰ ਸਰਪ੍ਰਾਈਜ਼ ਅਸੀਂ ਦਿੱਤਾ। ਸਾਡਾ ਸਾਰਾ ਸਟਾਫ ਬਹੁਤ ਐਕਸਾਈਟਿਡ ਸੀਗਾ ਕਿ ਬਾਗ ਸਿੰਘ ਜੀ ਨੂੰ ਮਿਲਣਾ ਹੈ, ਮੈਮ ਤੁਹਾਡੇ ਕਲਾਇੰਟ ਨੇ ਵੀ ਕੀ ਫੀਲ ਕਰ ਰਹੇ ਨੇ ਉਹ। ਸੋ ਸਪੈਸ਼ਲੀ ਅਸੀਂ ਇਹਨਾਂ ਦੀ ਇਹ ਫੋਟੋ ਫਰੇਮ ਕਰਵਾਈ ਸੀ, ਇੱਕ ਮਤਲਬ ਸਾਡੇ ਲਈ ਕਿ ਮੈਮੋਰੀ ਹੁੰਦੀ ਹੈ, ਇੱਕ ਤਰ੍ਹਾਂ ਤੋਂ ਮਿਰੇਕਲ ਹੀ ਹੋਇਆ ਸੀ ਕਿ ਇਹਨਾਂ ਦਾ ਵੀਜ਼ਾ ਅਸੀਂ ਮਤਲਬ ਅਚੀਵ ਕੀਤਾ। ਬਹੁਤ ਬੜੀ ਅਚੀਵਮੈਂਟ ਸੀ ਸਾਡੇ ਵਾਸਤੇ ਇਹ। ਅੱਛਾ ਮੈਮ, ਅਗਰ ਕਿਸੇ ਨੇ ਸਟੱਡੀ ਵਾਸਤੇ ਜਾਣਾ ਹੈ, ਹੁਣ ਤੁਸੀਂ ਦੱਸਿਆ ਕਿ 12 ਸਾਲ, ਉਹ ਵੀ ਮੁੰਡੇ ਦਾ ਗੈਪ ਤੁਸੀਂ ਪੂਰਾ ਕਰਤਾ, ਤੇ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਗੈਪ ਹੈ ਜਿਹੜਾ ਤੁਸੀਂ ਕੰਸੀਡਰ ਕਰ ਲੈਂਦੇ ਹੋ ਇੱਥੇ? ਅਸੀਂ ਸਰ ਮੈਕਸ ਟੂ ਮੈਕਸ 10 to 12 ਈਅਰ ਦਾ ਹੀ ਕੰਸੀਡਰ ਕਰਦੇ ਹਾਂ, ਕਿਉਂਕਿ ਇੱਕ ਜੇ ਦੇਖਿਆ ਜਾਵੇ ਕਿ ਕਿਸੇ ਫਾਈਲ ਦੇ ਵਿੱਚ 10 ਤੋਂ 12 ਸਾਲ ਦਾ ਗੈਪ ਬਹੁਤ ਜ਼ਿਆਦਾ ਹੁੰਦਾ ਹੈ। ਇਸ ਤੋਂ ਜ਼ਿਆਦਾ ਗੈਪ ਵਾਲੀ ਫਾਈਲ ਥੋੜੀ ਜਿਹੀ ਰਿਸਕੀ ਹੋ ਜਾਂਦੀ ਨੇ, ਬਟ ਅਸੀਂ ਉਹਨਾਂ ਤੇ ਵੀ ਅਸੀਂ ਕਦੇ ਉਮੀਦ ਨਹੀਂ ਲੂਜ਼ ਕਰਦੇ ਕਿ ਇਹਨਾਂ ਦਾ ਨਹੀਂ ਆ ਸਕਦਾ। ਸੇਮ ਕੇਸ ਜਿਹੜਾ ਸੀਗਾ ਬਾਗ ਸਿੰਘ ਜੀ ਦਾ ਸੀਗਾ, ਇਹਨਾਂ ਦਾ ਵੀ 10 ਹੋਰ ਤਸਵੀਰਾਂ ਵੀ ਤੁਸੀਂ ਕੱਲੀਆਂ ਲਟਕਾਈਆਂ ਨੇ, ਮੈਨੂੰ ਲੱਗਦਾ ਬਹੁਤ ਉਮਰ ਦਰਾਜ਼ ਇਹ ਸਾਡੀਆਂ ਭੈਣਾਂ ਨੇ ਜਿਹੜੀਆਂ, ਮੈਨੂੰ ਲੱਗਦਾ ਜਿਹਨਾਂ ਨੂੰ ਤੁਸੀਂ ਜਹਾਜ਼ ਚੜਾਇਆ। ਇਹਨਾਂ ਦੀ ਇਸ ਫੋਟੋ ਦੀ ਕੀ ਕਹਾਣੀ, ਇਹਨਾਂ ਦੀ ਤਸਵੀਰਾਂ ਦੀ ਕੀ ਕਹਾਣੀ ਹੈ? ਸਰ ਇਹ ਸਟੂਡੈਂਟ ਸਾਡੇ UK ਗਏ ਸੀਗੇ। ਇਹਨਾਂ ਦੇ UK ਸਪਾਊਸ ਕੇਸ ਦਾ ਵੀਜ਼ਾ ਦੋਨਾਂ ਦਾ ਗ੍ਰਾਂਟ ਹੋ ਕੇ ਆਇਆ ਸੀਗਾ। ਇਹਨਾਂ ਦੀ ਹਾਰਟਫੋਰਡਸ਼ਾਇਰ ਯੂਨੀਵਰਸਿਟੀ ਸੀਗੀ, ਐਂਡ ਵਿਦ ਸਪਾਊਸ ਇਹਨਾਂ ਨੇ ਟਰੈਵਲ ਕੀਤਾ। UK ਦੀ ਹੀ ਪਾਰਟਿਕੂਲਰ ਚੋਇਸ ਲੈ ਕੇ ਆਏ ਸੀਗੇ, ਐਂਡ ਇਹ ਵੀ ਸਕਸੈਸਫੁਲੀ ਅੱਜ ਆਪਣੀ ਐਨਰੋਲਮੈਂਟ ਕਰਾ ਕੇ ਸਟੱਡੀਜ਼ ਪ੍ਰੋਸੀਡ ਕਰ ਰਹੇ ਨੇ। ਜੀ ਬਹੁਤ ਬਹੁਤ ਸ਼ੁਕਰੀਆ। ਤੇ ਰਾਹੁਲ, ਫਿਰ ਕਿੱਦਾਂ ਦਾ ਤਜਰਬਾ ਹੈ ਤੁਹਾਡਾ ਇੱਥੇ? ਤੁਸੀਂ ਅਮਨ ਜੀ ਨਾਲ ਕੰਮ ਕਰਦੇ ਹੋ। ਸਰ ਐਕਸਪੀਰੀਅੰਸ ਸਭ ਤੋਂ ਵਧੀਆ ਜਸਟ ਬਿਕੋਜ਼ ਕਿ ਸਾਡੀ ਟਰਾਂਸਪੇਰੈਂਸੀ ਅਸੀਂ ਪ੍ਰੋਪਰ ਦੇ ਰਹੇ ਹਾਂ, ਕਿਉਂਕਿ ਅੱਜ ਕੱਲ੍ਹ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਡਰ ਹੀ ਇਹੀ ਹੈ ਕਿ ਪਤਾ ਨਹੀਂ ਸਾਡੇ ਨਾਲ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਹੈ ਨਾ। ਕਿਉਂਕਿ ਅੱਜ ਕੱਲ੍ਹ ਬੱਚੇ ਕੀ ਹੈ, ਸਾਡੇ ਤੋਂ ਜ਼ਿਆਦਾ ਸਮਾਰਟ ਬੱਚੇ ਨੇ ਅੱਜ ਕੱਲ੍ਹ, ਹੈ ਨਾ, ਕਿਉਂਕਿ ਬੱਚਿਆਂ ਨੂੰ ਜ਼ਿਆਦਾ ਨੌਲੇਜ ਹੈ ਅੱਜ ਕੱਲ੍ਹ। ਤਾਂ ਸਾਡਾ ਮੋਰ ਦੈਨ ਐਫਰਟਸ ਇਹੀ ਰਹਿੰਦੇ ਨੇ ਕਿ ਐਟਲੀਸਟ ਬੱਚਿਆਂ ਦੇ ਮਨ 'ਚ ਕੋਈ ਡਾਊਟ ਨਾ ਰਹੇ, ਕਿਉਂਕਿ ਜੇ ਸਟੈਪ 1 ਤੋਂ ਹੀ ਬੱਚੇ ਦੇ ਮਨ 'ਚ ਕੋਈ ਡਾਊਟ ਬੈਠ ਗਿਆ, ਉਹ ਤੁਹਾਡੇ ਨਾਲ ਅੱਗੇ ਗਾਈਡੈਂਸ ਨਹੀਂ ਜਾਊਗਾ। ਸੋ ਸਟੈਪ ਬਾਏ ਸਟੈਪ ਸਾਨੂੰ ਇਹੀ ਹੁੰਦਾ ਕਿ ਐਟਲੀਸਟ ਬੱਚੇ ਨੂੰ ਸਾਡੇ ਨਾਲੋਂ ਜ਼ਿਆਦਾ ਕਲੀਅਰੈਂਸ ਹੋਵੇ, ਕਿ ਐਟਲੀਸਟ ਬੱਚੇ ਨੂੰ ਹਰ ਇੱਕ ਚੀਜ਼ ਦਾ ਪ੍ਰੋਪਰ ਨੌਲੇਜ ਹੋਵੇ ਕਿ ਮੇਰਾ ਪ੍ਰੋਸੈਸ ਕਿੱਥੇ ਤੱਕ ਚੱਲ ਰਿਹਾ ਤੇ ਕੀ ਮੇਰਾ ਇਨਟੇਕ ਤੇ ਮੈਨੂੰ ਕੀ ਐਫਰਟਸ ਮਿਲ ਰਹੇ ਨੇ। ਅੱਛਾ, ਜਿਨ੍ਹਾਂ ਨੇ ਹੁਣੇ ਇਰਾਦਾ ਬਣਾਇਆ ਵੀਡੀਓ ਤੁਹਾਡੀ ਦੇਖਣ ਤੋਂ ਬਾਅਦ ਕਿ ਅਸੀਂ ਕੈਨੇਡਾ ਜਾਣਾ ਹੈ ਜਾਂ UK ਜਾਣਾ ਹੈ, ਤੇ ਉਹਨਾਂ ਦੀ ਬੇਸਿਕ ਰਿਕੁਆਇਰਮੈਂਟ ਕੀ ਰਹਿੰਦੀ ਹੈ? ਸਰ ਬੇਸਿਕ ਰਿਕੁਆਇਰਮੈਂਟਸ ਹੁੰਦੀ, ਹੁਣ ਗੱਲ ਕਰੀਏ ਜੇ ਕੋਈ ਬੱਚਾ 12th ਪਾਸ ਆਊਟ ਹੈਗਾ, ਠੀਕ ਹੈ, ਹੁਣ ਜੇ ਉਹਨੂੰ ਕੋਈ IELTS ਕਰ ਰਿਹਾ, ਜੇ ਬੱਚਾ ਕੋਈ ਕਹਿ ਰਿਹਾ ਮੈਂ ਕੈਨੇਡਾ ਜਾਣਾ ਹੈ, ਉਹਦੀ ਓਵਰਆਲ ਰਿਕੁਆਇਰਮੈਂਟ ਅਸੀਂ ਕਹਿੰਦੇ ਹਾਂ ਕਿ ਓਵਰਆਲ 6 ਬੈਂਡ ਨੋਟ ਲੈਸ ਦੈਨ 6 ਬੈਂਡ। ਜਿਹੜੀ ਪਰਸੈਂਟੇਜ ਸਾਨੂੰ ਮੈਟਰ ਕਰਦੀ ਆ 60% ਮਿਨੀਮਮ। ਅਸੀਂ ਕਹਿੰਦੇ ਹਾਂ ਕਿ ਜੇ ਤੁਸੀਂ ਆਪਣਾ ਵੀਜ਼ਾ 1 ਟਾਈਮਸ ਲੈ ਰਹੇ ਹੋ ਤਾਂ 60% ਤੁਹਾਡੇ ਮਿਨੀਮਮ ਹੋਣੇ ਚਾਹੀਦੇ ਨੇ। ਜੇ ਕੋਈ ਬੱਚਾ PT ਕਰ ਰਿਹਾ ਐਟਲੀਸਟ ਸਾਨੂੰ ਇਹ ਸੁਜੈਸਟ PT ਵਾਲੇ ਤਾਂ ਕਹਿੰਦੇ ਨੇ ਵੀਜ਼ਾ ਘੱਟ ਆਉਂਦਾ, ਐਸਾ ਕੁਝ ਨਹੀਂ ਹੈਗਾ। ਹੁਣ ਸਾਡੇ ਰੀਸੈਂਟ PCT ਦੇ ਵੀ ਨਿਕਲ ਰਹੇ ਨੇ, ਜਸਟ ਬਿਕੋਜ਼ ਕੀ ਹੈ ਕਿ ਤੁਸੀਂ ਐਫਰਟਸ ਕਿਵੇਂ ਕਰ ਰਹੇ ਹੋ, ਤੁਸੀਂ ਫਾਈਲ ਨੂੰ ਰਿਪਰੈਜ਼ੈਂਟ ਕਿੱਦਾਂ ਕਰ ਰਹੇ ਹੋ, ਤੇ ਤੁਹਾਡੀ ਜਿਹੜੀ SOP ਹੈ, ਹੁਣ ਜੋ ਮੇਨ ਇੱਕ ਜੜ ਹੈ ਜਿਹੜੀ ਤੁਹਾਡੀ ਪ੍ਰੋਫਾਈਲ ਦੀ, ਤੁਸੀਂ ਉਹਨੂੰ ਕਿਸ ਕੈਟਾਗਰੀ 'ਚ ਦਿਖਾ ਰਹੇ ਹੋ, ਠੀਕ ਹੈ। ਤੁਹਾਡੀ ਰੈਲੇਵੈਂਸੀ ਮੈਟਰ ਕਰਦੀ ਹੈ, ਬਹੁਤ ਸਾਰੀ ਚੀਜ਼ਾਂ ਨੇ ਜਿਹਦੇ ਕਰਕੇ ਇੱਕ ਲੋਕੀ ਕਹਿੰਦੇ PT ਦਾ ਵੀਜ਼ਾ ਨਿਕਲਦਾ ਨਹੀਂ, ਵਾਧੂ ਰਿਜ਼ਲਟਸ ਨਿਕਲਦੇ ਨੇ। ਇਹ ਬਸ ਐਂ ਲਾ ਲਓ ਕਿ ਹੁਣ ਜੇ ਆਪਾਂ ਹਰ ਇੱਕ ਪੈਟਰਨ ਨੂੰ ਸੇਮ ਕੈਟਾਗਰੀ 'ਚ ਕੱਢੀ ਜਾਵਾਂਗੇ ਤਾਂ ਉਹ ਚੀਜ਼ ਰਿਜ਼ਲਟ ਨਹੀਂ ਦੇਊਗੀ ਆਪਾਂ ਨੂੰ। ਅੱਛਾ, ਤੇ ਇੱਕ ਹੋਰ ਬੜਾ ਅਹਿਮ ਸਵਾਲ, ਇਹ ਤਾਂ ਹੋ ਗਿਆ ਐਜੂਕੇਸ਼ਨ ਕੁਆਲੀਫਿਕੇਸ਼ਨ ਜਿਹੜੀ ਚਾਹੀਦੀ, ਉਸ ਤੋਂ ਬਾਅਦ IELTS ਦੇ ਵਿੱਚ ਕਿੰਨਾ ਸਕੋਰ ਚਾਹੀਦਾ ਹੈ, ਕੀ ਚਾਹੀਦਾ ਹੈ, ਤੇ ਕਿਸ ਤਰੀਕੇ ਨਾਲ ਜਿਹੜਾ ਖਰਚਾ ਕਿੰਨਾ ਕੁ ਆ ਜਾਂਦਾ ਇੱਕ ਨਾਰਮਲ? ਸਰ IELTS ਦੀ ਜੇ ਗੱਲ ਕਰੀਏ, ਹੁਣ ਜੇ ਕੋਈ ਬੱਚਾ ਜਿਵੇਂ ਮੈਂ ਦੱਸਿਆ 12th ਪਾਸ ਆਊਟ ਹੈ, ਠੀਕ ਹੈ, ਉਹਦੇ ਤਾਂ ਸਾਨੂੰ ਅਸੀਂ ਕਹਿੰਦੇ ਹਾਂ ਓਵਰਆਲ 6 ਨੋਟ ਲੈਸ ਦੈਨ 6। ਹੁਣ ਜੇ ਕੋਈ ਬੱਚਾ ਗ੍ਰੈਜੂਏਸ਼ਨ ਪਾਸ ਆਊਟ ਆ ਰਿਹਾ ਤਾਂ ਅਸੀਂ ਓਵਰਆਲ 6.5 ਨੋਟ ਲੈਸ ਦੈਨ 6 ਕਹਿੰਦੇ ਹਾਂ। ਜੇ ਇੱਕ 'ਚ ਵੀ 5.5 ਹੁੰਦੇ ਆ, ਨੋ ਡਾਊਟ ਹੋ ਜਾਂਦਾ, ਬਟ ਅਸੀਂ ਇਹੀ ਕਹਿੰਦੇ ਕਿ ਮੋਰ ਦੈਨ ਬੈਸ ਇੱਕ ਵਾਰ ਬੱਚਾ ਜੇ ਰੀਟੇਕ ਕਰ ਲਵੇ, ਠੀਕ ਹੈ, ਕਿਉਂਕਿ ਕਾਫੀ ਐਸੇ ਕਾਲਜਿਸ ਨੇ ਜਿਹੜੇ 5.5 ਨੂੰ ਐਕਸੈਪਟ ਕਰਦੇ ਨੇ, ਠੀਕ ਹੈ, ਉਹਨਾਂ ਦੇ ਵੀਜ਼as ਬਹੁਤ ਈਜ਼ੀਲੀ ਨਿਕਲਦੇ ਨੇ। ਸਾਡੇ ਸੋਸ਼ਲ ਮੀਡੀਆ ਤੇ ਅਸੀਂ ਕਾਫੀ ਅਪਡੇਟ ਕੀਤਾ ਹੈ 5.5 ਨਾਲ। ਸਾਡੇ ਆਫਟਰ ਗ੍ਰੈਜੂਏਸ਼ਨ ਵੀ ਇੱਕ 'ਚ 5.5 ਨਾਲ ਵੀਜ਼ਾ ਗ੍ਰਾਂਟ ਹੋਇਆ ਰੰਜਨ ਦਾ, ਕੈਨੇਡਾ ਦਾ, ਇਸੀ ਇਨਟੇਕ 'ਚ ਬੱਚਾ ਗਿਆ ਹੈਗਾ। ਸੋ ਐਸੀ ਕੋਈ ਗੱਲ ਨਹੀਂ ਹੈ, ਬਟ 5.5 ਨਾਲ
ਉਹ ਇੱਕ 'ਚ 5.5 ਓਵਰਆਲ 6 ਬੈਂਡਸ ਠੀਕ ਹੈ। ਸੋ ਅਸੀਂ ਇਹੀ ਕਹਿੰਦੇ ਕਿ ਐਟਲੀਸਟ ਨੋਟ ਲੈਸ ਦੈਨ 6 ਜੇ ਹੋਣ ਤਾਂ ਉਹਦੇ ਵਰਗੀ ਕੋਈ ਰੀਸ ਨਹੀਂ ਹੈ। ਜੀ ਤੇ ਅਮਨ ਜੀ ਇੱਕ ਹੋਰ ਫੋਟੋ ਹੈ, ਪੂਰੀ ਫੈਮਿਲੀ ਲੱਗਦੀ ਹੈ, ਪੂਰੀ ਫੈਮਿਲੀ ਭੇਜੀ ਹੈ ਜੀ ਤੁਸੀਂ। ਇਹ ਸਾਰਾ ਪਿੱਛੇ ਮੈਨੂੰ ਲੱਗਦਾ ਬਜ਼ੁਰਗ ਬੈਠੇ ਨੇ, ਇਹਨਾਂ ਦੀ ਕੀ ਕਹਾਣੀ ਹੈਗੀ ਹੈ? ਸਰ ਇਹ ਬਾਗ ਸਿੰਘ ਜੀ ਨੇ ਆਪਣੇ ਉੱਤਰਾਖੰਡ ਤੋਂ ਹੈ ਨਾ ਜੀ। ਇਹਨਾਂ ਦਾ ਤੁਹਾਨੂੰ ਦੱਸਿਆ ਸੀਗਾ ਵੀ 10 ਤੋਂ 11 ਸਾਲ ਦਾ ਗੈਪ ਸੀਗਾ ਤੇ ਇਹਨਾਂ ਦਾ ਜੋ ਮੇਨ ਐਪਲੀਕੈਂਟ ਸੀਗੇ ਬਾਗ ਸਿੰਘ ਜੀ ਸੀਗੇ ਤੇ ਯੂਕੇ ਤੋਂ ਪਹਿਲਾਂ ਇਹ ਡਿਪੋਰਟ ਸੀਗੇ ਤੇ ਅਸੀਂ ਇਹਨਾਂ ਨੂੰ ਬਾਗ ਸਿੰਘ ਨੂੰ ਭੇਜਿਆ ਸੀਗਾ ਕੈਨੇਡਾ 'ਚ। ਤੇ ਜਿਹੜੀ ਇੱਕ ਫੈਮਿਲੀ ਸਮੇਤ ਫੋਟੋ ਲਗਾਈ ਹੈ ਤੁਸੀਂ, ਉਹ ਕੀ ਮਾਮਲਾ? ਸਰ ਫੈਮਿਲੀ ਤਾਂ ਇਵੇਂ ਸੀਗੀ, ਜਦੋਂ ਬਾਗ ਸਿੰਘ ਦਾ ਵੀਜ਼ਾ ਆਇਆ ਸੀਗਾ ਤਾਂ ਇਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਸੀਗੀ ਹੈ ਨਾ। ਤਾਂ ਉਹ ਸਾਰਿਆਂ ਨੇ ਸਾਡੇ ਰਾਈਜ਼ ਇਮੀਗ੍ਰੇਸ਼ਨ ਵਿਜ਼ਿਟ ਕੀਤਾ ਤਾਂ ਸਾਡੇ ਨਾਲ ਖੁਸ਼ੀ ਪ੍ਰਗਟ ਕੀਤੀ ਤਾਂ ਬਹੁਤ ਖੁਸ਼ ਹੋ ਕੇ ਗਏ ਸੀਗੇ ਸਾਡੇ ਕੋਲ। ਅੱਛਾ ਇੱਕ ਹੋਰ ਗੱਲ ਹੈਗੀ ਹੈ, ਕਿਹੜੀ ਥਾਵਾਂ ਦੇ ਉੱਤੇ ਤੁਹਾਡੀ ਰਿਲੇਸ਼ਨ ਹੈਗੇ ਨੇ, ਕਿਹੜੀ ਥਾਵਾਂ ਤੇ ਤੁਸੀਂ ਕੰਸਲਟੈਂਸੀ ਆਪਣੀ ਦਿੰਦੇ ਹੋ, ਕਿਹੜੇ ਮੁਲਕਾਂ ਦੇ ਵਿੱਚ ਪੜ੍ਹਾਈ ਤੁਸੀਂ ਬੱਚਿਆਂ ਨੂੰ ਕਰਵਾਉਂਦੇ? ਸਰ ਮੇਨ ਤਾਂ ਜੇ ਅਸੀਂ ਦੇਖਿਆ ਜਾਵੇ ਮੇਨ ਅਸੀਂ ਕਰਦੇ ਹਾਂ ਕੈਨੇਡਾ, ਉਹ ਯੂਕੇ ਔਰ ਆਸਟ੍ਰੇਲੀਆ। ਕਿੰਨੇ ਵੀਜ਼ੇ ਹੁਣ ਤੱਕ ਤੁਸੀਂ ਗ੍ਰਾਂਟ ਕਰਾ ਦਿੰਦੇ? ਸਰ ਇਵੇਂ ਤਾਂ ਕੁਛ ਅਜੇ ਯਾਦ ਨਹੀਂਗਾ ਸਾਨੂੰ ਹੈ ਨਾ ਵੀ ਕਿੰਨੇ ਕੁ ਕਰਾਤੇ ਕੇਕ ਕਿੰਨੇ ਕੁ ਖਾ ਲਏ? ਕੇਕ ਤਾਂ ਰੋਜ਼ 1-2 ਰੋਜ਼ ਚੱਲੀ ਜਾਂਦਾ ਹੈਗਾ ਜੀ। ਲਓ ਜੀ ਇੱਕ ਹੋਰ ਡੱਬਾ ਚੱਕੀ ਆ ਰਹੇ ਨੇ। ਇਹਨਾਂ ਦਾ ਕੈਨੇਡਾ ਦਾ ਵੀਜ਼ਾ ਅਸੀਂ ਗੁੜੀਆ ਗੁਰਮਨਪ੍ਰੀਤ ਕੌਰ ਪਟਿਆਲਾ ਤੋਂ ਹੈ ਨਾ, ਇਹਨਾਂ ਦਾ ਵੀ ਕੈਨੇਡਾ ਦਾ ਵੀਜ਼ਾ ਲੱਗ ਕੇ ਆਇਆ ਹੈ ਨਾ। ਰਾਈਜ਼ ਇਮੀਗ੍ਰੇਸ਼ਨ ਕੋਲ ਹੀ ਅਪਲਾਈ ਕੀਤਾ ਸੀ ਤੇ 2 ਤੋਂ 3 ਮਹੀਨਿਆਂ ਦੇ ਵਿੱਚ ਇਹਨਾਂ ਦਾ ਵੀਜ਼ਾ ਅਸੀਂ ਗ੍ਰਾਂਟ ਕਰਾ ਕੇ ਦਿੱਤਾ ਇਹਨਾਂ ਨੂੰ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ, ਮੈਂ ਪ੍ਰੋਫੈਸ਼ਨ ਤੋਂ ਐਡਵੋਕੇਟ ਹਾਂ। ਮੇਰੀ ਕੀ ਬਾਤ ਹੈ ਜੀ ਨੇ ਇਹਨਾਂ ਦਾ ਰਾਈਜ਼ ਇਮੀਗ੍ਰੇਸ਼ਨ ਤੋਂ ਅਸੀਂ ਅਪਲਾਈ ਕੀਤਾ ਸੀ, ਬਹੁਤ ਵਧੀਆ ਐਕਸਪੀਰੀਅੰਸ ਰਿਹਾ ਇਹਨਾਂ ਕੋਲ। ਨਹੀਂ ਅਗਰ ਤੁਸੀਂ ਬਤੌਰ ਇੱਕ ਵਕੀਲ ਇਹ ਗੱਲ ਕਹਿ ਰਹੇ ਹੋ ਤੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਨਹੀਂ ਇਹਨਾਂ ਦੀ ਸਰਵਿਸ ਬਹੁਤ ਵਧੀਆ, ਪ੍ਰੋਪਰ ਸਾਰਾ ਕੁਝ ਸਮਝਾਉਂਦੇ ਆ, ਫਾਈਲ ਦਾ ਬੜਾ ਵਧੀਆ ਤਰੀਕਾ ਇਹਨਾਂ ਦਾ ਲਾਉਣ ਦਾ, ਅਸੀਂ ਬਹੁਤ ਖੁਸ਼ ਹਾਂ ਇਹਨਾਂ ਤੋਂ। ਅੱਛਾ ਵਕੀਲ ਸਾਹਿਬ ਦੇ ਸਾਰੇ ਸਵਾਲਾਂ ਦੇ ਜਵਾਬ ਦੇਤੇ ਸੀ? ਬਿਲਕੁਲ ਜੀ ਬਿਲਕੁਲ। ਮਨ ਦੇ ਵਿੱਚ ਕੀ ਚੱਲ ਰਿਹਾ ਸੀ ਜੀ ਪਹਿਲਾਂ? ਨਹੀਂ ਮਨ ਦੇ ਵਿੱਚ ਸਾਨੂੰ ਇਹਨਾਂ ਪ੍ਰਤੀ ਕੋਈ ਡਾਊਟ ਨਹੀਂ ਸੀ, ਕਿਉਂ ਅਸੀਂ ਪਹਿਲਾਂ ਵੀ ਇਹਨਾਂ ਦਾ ਕਾਫੀ ਨਾਮ ਹੈ ਵਧੀਆ, ਇਹਨਾਂ ਦਾ ਨਾਮ ਸੁਣਿਆ, ਇਹ ਫਾਈਲ ਬਹੁਤ ਵਧੀਆ ਲਾਉਂਦੇ ਆ ਤੇ ਪ੍ਰੋਪਰ ਸਮਝਾਉਂਦੇ ਵੀ ਆ ਵੀ ਕਿੱਦਾਂ ਕੀ ਪ੍ਰੋਸੈਸ ਤੇ ਕੀ ਸਟੈਪ ਚੱਕਣਾ, ਕਿਵੇਂ ਕਰਨਾ, ਸਾਰਾ ਵਧੀਆ ਪ੍ਰੋਪਰ। ਪਰ ਅੱਜ ਕੱਲ ਮਾਰਕੀਟ ਦੇ ਵਿੱਚ ਜੋ ਹਾਲਾਤ ਨੇ, ਮਾਰਕੀਟ ਦੇ ਵਿੱਚ ਹਾਲਾਤ ਬੜੇ ਬਦ ਤੋਂ ਬੱਤਰ ਹੋ ਰਹੇ ਨੇ। ਸਾਡਾ ਵੀ ਵੀਡੀਓ ਬਣਾਉਣ ਦਾ ਹੀ ਪਰਪਸ ਹੈ ਉਹਨਾਂ ਲੋਕਾਂ ਤੱਕ ਅਸੀਂ ਪਹੁੰਚ ਕਰੀਏ ਜਿਨ੍ਹਾਂ ਨੇ ਬਾਹਰ ਜਾਣਾ ਹੈ, ਕਿਉਂਕਿ ਬਾਹਰ ਜਾਣ ਤੋਂ ਤਾਂ ਅਸੀਂ ਰੋਕ ਨਹੀਂ ਸਕਦੇ, ਜਿਨ੍ਹਾਂ ਨੇ ਜਾਣਾ ਉਹਨਾਂ ਨੇ ਜਾਣਾ ਹੀ ਹੈ। ਐਟਲੀਸਟ ਇੱਕ ਚੰਗਾ ਰਾਹ, ਇੱਕ ਸਾਫ਼ ਸੁਥਰਾ ਰਾਹ, ਟਰਾਂਸਪੇਰੈਂਸੀ ਕਿੰਨੀ ਕਰਾਈ? ਨਹੀਂ ਬਿਲਕੁਲ ਇਹਨਾਂ ਵੱਲੋਂ ਆਪਾਂ ਕੁਝ ਨਹੀਂ ਕਹਿ ਸਕਦੇ, ਇਹਨਾਂ ਦਾ ਬਹੁਤ ਵਧੀਆ। ਇਹਨਾਂ ਦਾ ਅੱਜ ਤੱਕ ਮੈਂ ਕੋਈ ਐਦਾਂ ਨਹੀਂ ਸੁਣਿਆ ਕੋਈ ਰਿਫਿਊਜ਼ਲ ਹੈ ਜਾਂ ਕੋਈ ਰਿਫਿਊਜ਼ਲ ਨਹੀਂ, ਮੈਂ ਨਹੀਂ ਸੁਣਿਆ ਇਹਨਾਂ ਦਾ ਕੋਈ ਰਿਫਿਊਜ਼ਲ ਅੱਜ ਤੱਕ। ਇਹਨਾਂ ਦਾ ਆਹੀ ਰਿਕਾਰਡ ਆ ਜੀ, ਬਹੁਤ ਵਧੀਆ ਜੀ। ਤੁਹਾਡਾ ਕੀ ਨਾਮ ਹੈ? ਮਾਈ ਨੇਮ ਇਜ਼ ਗੁਰਮਨਪ੍ਰੀਤ ਕੌਰ ਅਤੇ ਮੈਂ ਆਪਣਾ ਵੀਜ਼ਾ ਰਿਸੀਵ ਕੀਤਾ 2.5 ਮੰਥਸ ਵਿੱਚ ਅਤੇ ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੇਰਾ ਇੱਕ ਮਤਲਬ ਆਪਾਂ ਕਹੀਏ ਕਿ ਸੁਪਨਾ ਹੀ ਸੱਚ ਹੋਇਆ ਹੈ ਕਿ ਅਬਰੋਡ ਜਾ ਕੇ ਸਟੱਡੀ ਕਰਨ ਦਾ। ਬਹੁਤ ਵਧੀਆ ਐਕਸਪੀਰੀਅੰਸ। ਅੱਛਾ ਗੁਰਮਨ ਕਦੋਂ ਸੋਚਿਆ ਸੀ ਕਿ ਬਾਹਰ ਜਾ ਕੇ ਪੜ੍ਹਨਾ? ਅਤੇ ਮੈਂ 12th ਤੋਂ ਬਾਅਦ ਹੁਣ ਸੋਚਿਆ ਸੀ ਕਿ ਮਤਲਬ ਬਹੁਤ ਕਨਫਿਊਜ਼ਨ ਸੀ ਕਿ ਜਾਵਾਂ ਨਾ ਜਾਵਾਂ ਕਿਵੇਂ, ਬਟ ਫਿਰ ਮੈਂ ਵਿਜ਼ਿਟ ਕੀਤਾ ਅਤੇ ਮੈਨੂੰ ਬਹੁਤ ਸਕੋਪ ਲੱਗਿਆ ਕਿ ਹਾਂ ਬਹੁਤ ਵਧੀਆ ਰਹੂਗਾ ਜੇ ਮੈਂ ਜਾਊਂਗੀ। ਅੱਛਾ ਅਮਨ ਹੋਰਾਂ ਦੀ ਸਰਦੀ ਕਿਹੋ ਜੀ ਗਾਈਡੈਂਸ ਕਿਵੇਂ ਲੱਗੀ ਤੁਹਾਨੂੰ? ਇਹਨਾਂ ਨਾਲ ਮਿਲੇ ਸੀ ਤੁਸੀਂ ਅਪਲਾਈ ਕਰਨ ਤੋਂ ਪਹਿਲਾਂ? ਹਾਂਜੀ ਹਾਂ ਮੈਂ ਮਿਲੀ ਸੀ, ਮੈਂ ਕਾਉਂਸਲਿੰਗ ਅਟੈਂਡ ਕੀਤੀ ਪ੍ਰਿਯੰਕਾ ਮੈਮ ਦੀ ਅਤੇ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਮੇਰੀ ਹਰ ਇੱਕ ਕੁਐਰੀ ਆਨਸਰ ਕੀਤੀ ਅਤੇ ਫਿਰ ਮੈਨੂੰ ਲੱਗਿਆ ਕਿ ਠੀਕ ਹੈ ਕਿ ਆਪਾਂ ਵਧੀਆ ਮਤਲਬ ਠੀਕ ਕੀਤਾ ਵਿਜ਼ਿਟ ਕਰਕੇ ਅਤੇ ਹੁਣ ਅੱਗੇ ਬਹੁਤ ਵਧੀਆ ਰਹੂਗਾ ਜੀ ਆਪਾਂ ਲਵਾਂਗੇ। ਅੱਛਾ ਉਹਨਾਂ ਬੱਚਿਆਂ ਨੂੰ ਕੀ ਕਹੋਗੇ ਜਿਹੜੇ ਬਾਹਰ ਜਾਣ ਦੀ ਸੋਚ ਰਹੇ ਨੇ, ਪਰ ਬਹੁਤ ਵਾਰੀ ਕੀ ਹੁੰਦਾ ਹੈ ਗੁਰਮਨ ਕਿ ਪੈਸਾ ਖਰਾਬ ਕਰ ਦਿੰਦੇ ਨੇ ਲੋਕ ਔਰ ਆਪਣਾ ਸਮਾਂ ਵੀ ਖਰਾਬ ਕਰ ਦਿੰਦੇ ਨੇ। ਤੁਸੀਂ ਉਹਨਾਂ ਜਿਹੜੇ ਇਸ ਵੇਲੇ ਤੁਹਾਨੂੰ ਵੀਡੀਓ 'ਚ ਪੂਰੀ ਦੁਨੀਆ 'ਚ ਤੁਹਾਨੂੰ ਦੇਖ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦਿਓਗੇ ਤੁਸੀਂ? ਮੈਂ ਉਹਨਾਂ ਨੂੰ ਇਹੀ ਕਹਾਂਗੀ ਕਿ ਸਹੀ ਗਾਈਡ ਚੁਣੋ, ਬਿਕੋਜ਼ ਜੇ ਤੁਸੀਂ ਸਹੀ ਜਾਓਗੇ ਇੱਕ ਤਾਂ ਥੋੜ੍ਹਾ ਟਾਈਮ ਵੇਸਟ ਨਹੀਂ ਹੋਊਗਾ, ਸੈਕਿੰਡ ਤੁਹਾਡੀ ਮਨੀ ਸਹੀ ਇਨਵੈਸਟ ਹੋਊਗੀ। ਸੋ ਇਹਨਾਂ ਨੂੰ ਪਲੀਜ਼ ਵਿਜ਼ਿਟ ਕਰੋ ਅਤੇ ਤੁਸੀਂ ਖੁਦ ਮਤਲਬ ਫੇਸ ਕਰੋਗੇ ਕਿ ਕੀ ਡਿਫਰੈਂਸ ਹੈ ਮਾਰਕੀਟ ਦੇ ਵਿੱਚ ਅਤੇ ਇਹਨਾਂ ਦੀ ਸਰਵਿਸਿਜ਼ ਦੇ ਵਿੱਚ। ਕੀ ਬਾਤ ਹੈ ਸਰ। ਕਿੰਨੀ ਕੁ ਖੁਸ਼ੀ ਲੱਗਦੀ ਹੈ ਕਿ ਜਦੋਂ ਇਸ ਤਰ੍ਹਾਂ ਸਾਡੇ ਬੱਚੇ ਨੇ ਜਿਹੜੇ ਬਾਹਰ ਜਾ ਕੇ ਸੈਟਲ ਹੋਣ ਦੀ ਰਾਹ 'ਤੇ ਪੈ ਜਾਂਦੇ ਨੇ? ਦੇਖੋ ਗੁਰਮਨਪ੍ਰੀਤ ਨੇ ਜਿਵੇਂ ਹੈ ਨਾ ਦੱਸਿਆ ਵੀ ਬਹੁਤ ਖੁਸ਼ ਹੈ, ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਬੱਚਾ ਇੰਨਾ ਸਾਡੇ ਲਈ ਫੇਥ ਲੈ ਕੇ ਬੋਲਦਾ ਹੈ, ਵੀ ਮਨ ਨੂੰ ਬਹੁਤ ਸਕੂਨ ਮਿਲਦਾ ਵੀ ਸੈਟਿਸਫਾਈਡ ਹੈ ਸਾਡੀ ਸਰਵਿਸ ਤੋਂ ਬਿਲਕੁਲ, ਵੀ ਕਿਸੇ ਵੀ ਤਰ੍ਹਾਂ ਦਾ ਇਹਨਾਂ ਦੇ ਮਨ 'ਚ ਡਾਊਟ ਨਹੀਂ ਹੈਗਾ ਸਾਡੇ ਪ੍ਰਤੀ। ਅੱਛਾ ਮੈਂ ਹੋਰ ਵੀ ਇਮੀਗ੍ਰੇਸ਼ਨ ਵਾਲਿਆਂ ਨੂੰ ਬਹੁਤ ਜਾਣਦਾ, ਇਹ ਤੁਸੀਂ ਹਰੇਕ ਨਾਲ ਹੀ ਰਿਸ਼ਤਾ ਇੱਕ ਪਰਸਨਲ ਤਰ੍ਹਾਂ ਬਣਾਇਆ ਹੋਇਆ, ਹਰੇਕ ਹੀ ਬੰਦਾ ਇੱਥੇ ਡੱਬਾ ਲੈ ਕੇ ਆ ਰਿਹਾ, 2-3 ਡੱਬੇ। ਮੈਨੂੰ ਲੱਗਦਾ ਹੈ ਕਿ ਸ਼ੂਗਰ ਨਾ ਹੋ ਜਾਏ ਦਫ਼ਤਰ ਦੇ ਸਟਾਫ ਨੂੰ। ਸਰ ਗੱਲ ਇਹ ਹੈ ਨਾ ਦੇਖੋ
ਜਿਹੜੇ ਫੈਮਿਲੀ ਮੈਂਬਰ ਨੇ ਜਾਂ ਪੇਰੈਂਟਸ ਨੇ ਆਪਣੇ ਬੱਚੇ ਲਈ ਸਾਰੀ ਉਮਰ ਦੀ ਕਮਾਈ ਲਾ ਦਿੰਦੇ ਨੇ। ਸਾਨੂੰ ਵੀ ਇਹੀ ਰਹਿੰਦਾ ਵੀ ਜਿਵੇਂ ਸਾਡੇ ਵੀ ਬੱਚੇ ਨੇ ਹਨਾ, ਵੀ ਕਿਸੇ ਦਾ ਵੀ ਬੱਚਾ ਆਵੇ ਇੱਥੇ ਨਿਰਾਸ਼ ਹੋ ਕੇ ਨਾ ਜਾਵੇ, ਵੀ ਜੋ ਸੁਪਨਾ ਇੱਥੇ ਲੈ ਕੇ ਆਏਗਾ ਉਹ ਅਸੀਂ ਸੁਪਨਾ ਪੂਰਾ ਕਰਕੇ ਉਹਨੂੰ ਦੇਵਾਂਗੇ। ਸਾਡੀ ਉਮੀਦ ਇਹੀ ਰਹਿੰਦੀ ਹੈ ਵੀ ਬੱਚਾ ਨਿਰਾਸ਼ ਨਾ ਹੋਵੇ ਇੱਥੇ, ਤੇ ਨਾ ਉਹਦਾ ਟਾਈਮ ਖਰਾਬ ਹੋਵੇ ਨਾ ਉਹਦਾ ਪੈਸਾ ਖਰਾਬ ਹੋਵੇ। ਤੇ ਫਿਰ ਵਕੀਲ ਸਾਹਿਬ ਜਿਹੜੇ ਇਸ ਵੇਲੇ ਤੁਹਾਨੂੰ ਲੋਕ ਦੇਖ ਰਹੇ ਨੇ, ਬੱਚੇ ਤੁਹਾਨੂੰ ਦੇਖ ਰਹੇ ਨੇ, ਉਹਨਾਂ ਨੂੰ ਕੀ ਕਹੋਗੇ? ਮੈਂ ਤਾਂ ਇਹੀ ਕਹੂੰਗਾ ਜੀ, ਇੱਕ ਵਾਰ ਇਹਨਾਂ ਕੋਲ ਆ ਕੇ ਵਿਜ਼ਿਟ ਜ਼ਰੂਰ ਕਰਨਾ, ਤੇ ਇਹ ਪ੍ਰੋਪਰ ਗਾਈਡੈਂਸ ਮਿਲੂਗੀ ਤੇ ਰਿਜ਼ਲਟ ਵੀ ਵਧੀਆ ਮਿਲੂਗਾ ਤੁਹਾਨੂੰ। ਕੀ ਬਾਤ ਹੈ, ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਰਾਈਜ਼ ਇਮੀਗ੍ਰੇਸ਼ਨ ਪਟਿਆਲਾ ਦੀਆਂ, ਜਿੱਥੇ ਅੱਛਾ ਅਮਨ ਜੀ, ਦਫ਼ਤਰ ਕਿੱਥੇ ਕੁ ਹੈ ਜਿਹੜੇ ਲੋਕ ਤੁਹਾਨੂੰ ਇਸ ਵੇਲੇ ਪਹੁੰਚ ਕਰਦੇ ਨੇ, ਕਿਵੇਂ ਤੁਹਾਡੇ ਤੱਕ ਪਹੁੰਚ ਸਕਦੇ ਨੇ, ਔਰ ਕਿੰਨੇ ਤੋਂ ਕਿੰਨੇ ਵਜੇ ਤੱਕ ਦਫ਼ਤਰ ਹੈ ਜਿਹੜਾ ਤੁਹਾਡਾ ਖੁੱਲ੍ਹਦਾ? ਸਰ ਜੇ ਦਫ਼ਤਰ ਦਾ ਟਾਈਮ ਦੱਸੀਏ ਤਾਂ ਸਵੇਰੇ 9:30 ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਸਾਡਾ ਦਫ਼ਤਰ ਓਪਨ ਰਹਿੰਦਾ। ਤੇ ਜੇ ਦਫ਼ਤਰ ਦੀ ਗੱਲ ਕਰੀਏ ਤਾਂ ਮੇਨ ਪਟਿਆਲਾ ਨਿਊ ਲੀਲਾ ਭਵਨ ਨੀਅਰ ਵਿਸ਼ਾਲ ਮੇਗਾ ਮਾਰਟ, ਕੋਈ ਵੀ ਆਂਦਾ ਤਾਂ ਮੇਨ ਪਟਿਆਲੇ ਦੇ ਵਿੱਚ ਹੀ ਹੈ ਨਿਊ ਲੀਲਾ ਭਵਨ। ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਅਮਨ ਜਿਨ੍ਹਾਂ ਨੇ ਰਾਈਜ਼ ਇਮੀਗ੍ਰੇਸ਼ਨ ਦੇ ਪ੍ਰਬੰਧਕ ਨੇ, ਮੇਨ ਪ੍ਰਬੰਧਕਾਂ ਦੇ ਵਿੱਚੋਂ ਨੇ, ਤੇ ਇਹਨਾਂ ਦਾ ਕਹਿਣਾ ਹੈ ਕਿ ਇੱਥੇ ਜਿਹੜੀ ਸਭ ਤੋਂ ਵੱਡੀ ਕੁਆਲਿਟੀ ਇਹ ਹੈ ਕਿ ਇੱਥੇ ਕਿਸੇ ਨੂੰ ਵੀ ਮਿਸਗਾਈਡ ਨਹੀਂ ਕੀਤਾ ਜਾਂਦਾ, ਜੋ ਗੱਲ ਹੈ ਉਹ ਸਪਸ਼ਟਤਾ ਨਾਲ ਸਭ ਦੇ ਸਾਹਮਣੇ ਹੈ ਰੱਖੀ ਜਾਂਦੀ ਹੈ। ਸੋ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਮਨ ਦਾ ਸਵਾਲ, ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ। ਇਸ ਤੋਂ ਇਲਾਵਾ ਇੱਕ ਪੱਟੀ ਹੈਗੀ ਹੈ, ਨੀਚੇ ਨੰਬਰ ਹੈ ਰਾਈਜ਼ ਇਮੀਗ੍ਰੇਸ਼ਨ ਵਾਲਿਆਂ ਦਾ, ਉਹ ਅਸੀਂ ਚਲਾ ਦਿੱਤਾ ਹੈ। ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੀ ਕੁਆਰੀਜ਼ ਔਰ ਆਪਣੇ ਜਿਹੜੇ ਵੀ ਬਾਹਰ ਪੜ੍ਹਾਈ ਕਰਨ ਸੰਬੰਧੀ ਕੋਈ ਗੱਲਬਾਤ ਹੈਗੀ, ਉੱਥੇ ਤੁਸੀਂ ਆਪਣੀ ਕੁਆਰੀਜ਼ ਨੂੰ ਪੂਰਾ ਕਰ ਸਕਦੇ ਹੋ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।